ਚੋਣਾਂ ਦਾ ਮਾਹੌਲ ਪੰਜਾਬ ਦੇ ਵਿੱਚ ਭਖਿਆ ਹੋਇਆ ਹੈ। ਕੋਈ ਲੀਡਰ ਕਿਸੇ ਨੂੰ ਜਾ ਕੇ ਘਰ ਦੇ ਵਿੱਚ ਸ਼ਗਨ ਦੇ ਰਿਹਾ ਹੈ, ਅਚਾਨਕ ਦੌਰਾ ਕੀਤਾ ਜਾ ਰਿਹਾ ਹੈ। ਕੋਈ ਲੀਡਰ ਹੈ ਜਿਹੜਾ ਉਹ ਆਮ ਲੋਕਾਂ ਦੇ ਨਾਲ ਖੇਤਾਂ ਦੇ ਵਿੱਚ ਬਹਿ ਕੇ ਸਰੋਂ ਦਾ ਸਾਗ ਮੱਕੀ ਦੀ ਰੋਟੀ ਦੇ ਨਾਲ ਖਾ ਰਿਹਾ ਹੈ ਤੇ ਕੋਈ ਮਿਠਾਈਆਂ ਦੀ ਦੁਕਾਨ ਤੇ ਜਾ ਕੇ ਜਲੇਬੀਆਂ ਦਾ ਸਵਾਦ ਚੱਖ ਰਿਹਾ ਹੈ। पर इस सब के दरम्यान सवाल ये है कि की ये जिहड़े काम कीते जा रहे ने अपने आप नूं आम बंदा दिखाउण दी कोशिश वोटां दे नेड़े कीती जा रही है कि ये वोटां दे विच बदल जाऊगी। सत श्री अकाल जी, दा खालस टीवी का एमरजेंसी बुलेटिन देखने वाले साडे सारे दर्शकों का बहुत बहुत स्वागत है। मैं हरशरण कौर। बुलेटिन दे विच दसांगे पंजाब भारत ते दुनिया भर दीयां सारियां अज दीयां वड्डियां ताज़ा ते अहम खबरां। शुरुआत करदे हां पंजाब दीयां खबरां तो। ते सब तो पहलां तुहानूं दसांगे मौसम दा हाल। सीत लहर ने पूरे पंजाब ही नहीं पूरे उत्तर भारत नूं ठार रखिया है। लगातार कई दिन मींह पैण तो बाद भी पंजाब दे विच सीत लहर लगातार चल रही है। मौसम विभाग ने संघनी धुंध ਦੇ ਨਾਲ पारा होर थले जाण दे लई पंजाब दे विच येलो अलर्ट जारी कर दिता है, पीली चेतावनी जिसनूं कहा जाता है। आने वाले 3 दिनों के विच ठंड होर वधण की संभावना दी है। संघनी धुंध पैण की भी संभावना मौसम विभाग ने दर्शाई है। मौसम विभाग ने हदायत जारी की है कि मौसमी हालात देखने तो बाद ही लोग घरां चों बाहर निकलण। 19 जनवरी नूं मुड़ पंजाब दे विच किते ना किते मींह पैण की संभावना बनी हुई है। पंजाब ते हरियाणा दोवें सूबिਆਂ ਦੇ ਵਿੱਚ तापमान 1-1 डिग्री होर थले डिग गया। दोवें सूबिਆਂ ਦੇ ਵਿੱਚ संघनी धुंध ते बदलवाई ਦੀ संभावना ਜਿਹੜੀ ਉਹ ਦਿੱਤੀ ਗਈ ਹੈ। पंजाब ਦੇ ਵਿੱਚ ਵੀਰਵਾਰ ਤੋਂ ਲੈ ਕੇ ਸ਼ਨੀਚਰਵਾਰ ਤੱਕ ਲਗਾਤਾਰ 3 ਦਿਨ ਤੱਕ ਸੂਰਜ ਨੇ ਆਪਣੀ ਸ਼ਕਲ ਨਹੀਂ ਦਿਖਾਈ। ਆਉਂਦੇ 2-3 ਦਿਨਾਂ ਤੱਕ ਵੀ ਤਾਪਮਾਨ ਅਜਿਹਾ ਹੀ ਬਣੇ ਰਹਿਣ ਦੇ ਆਸਾਰ ਨੇ। उस तो बाद 2-3 दिन तो बाद जिहड़ा सैल्सीਅਸ है 2-3 डिग्री हो उत्ते जिहड़ा जा सकदा है। पंजाब च सब तो वध ठंडा बठिंडा जिला रहा है। आउंदे 5 दिनों तक मौसम खुश्क रहने की संभावना है। पंजाब च आम जनजीवन जिहड़ा तापमान थल्ले डिगण करके प्रभावित होया है। धुंध कारण सड़की आवाजाही तो प्रभावित होंदी ही है। लोग घरां चों बाहर निकलण तो डरदे ने क्योंकि हादसे आम तौर ते ही वापरदे रहिंदे ने ते रेल गड्डियां भी लेट ही अपने ठिकाणिਆਂ ते पहुंच रहीਆਂ ने। ठंडे मौसम की सब तो वड्डी मार है जिहड़ी ओह बेघरे लोकां नूं पैंदी है, पशु पंछियां नूं भी पैंदी है ਅਤੇ ਰੋਜ਼ੀ ਰੋਟੀ ਕਮਾਉਣ ਵਾਲੇ ਜਿਹੜੇ ਲੋਕ ਨੇ ਜਿਨ੍ਹਾਂ ਨੇ ਰੋਜ਼ ਦਿਹਾੜੀ ਕਮਾ ਕੇ ਰਾਤ ਨੂੰ ਖਾਣਾ ਹੁੰਦਾ ਹੈ, ਉਹਨਾਂ ਨੂੰ ਵੀ ਕੜਾਕੇ ਦੀ ਠੰਡ ਵਿੱਚ ਘਰਾਂ ਚੋਂ ਨਿਕਲਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਕਿਉਂਕਿ ਠੰਡ ਦੇ ਵਿੱਚ ਜਿਹੜਾ ਢਿੱਡ ਹੈ ਉਹ ਵੀ ਟਿਕਣ ਨਹੀਂ ਦਿੰਦਾ। ਭੁੱਖਾ ਢਿੱਡ ਇਨਸਾਨ ਨੂੰ ਟਿਕਣ ਨਹੀਂ ਦਿੰਦਾ ਤੇ ਅਸੀਂ ਜ਼ਰੂਰ ਇਸ ਮੌਸਮ ਦੇ ਵਿੱਚ ਜਾਂ ਹਮੇਸ਼ਾ ਲਈ ਅਸੀਂ ਦੁਆ ਹੀ ਕਰਦੇ ਹੁੰਦੇ ਹਾਂ ਕਿ ਪਰਮਾਤਮਾ ਹਰੇਕ ਨੂੰ ਰਿਜ਼ਕ ਦੇਵੇ, ਹਰੇਕ ਦੀ ਜਿਹੜੀ ਹਰੇਕ ਦਾ ਢਿੱਡ ਹੈ ਉਹ ਜ਼ਰੂਰ ਭਰ ਜਾਵੇ। ਇਸ ਦੁਨੀਆ ਦੇ ਉੱਤੇ ਕੋਈ ਭੁੱਖਾ ਹੈ ਜਿਹੜਾ ਭੁੱਖ ਦੇ ਨਾਲ ਨਾ ਮਰੇ। ਤੇ ਮੌਸਮ ਵਿਭਾਗ ਦੇ ਇਸ ਟੇਵਿਆਂ ਤੋਂ ਬਾਅਦ ਜਿਹੜੇ ਖੇਤੀਬਾੜੀ ਮਾਹਿਰ ਨੇ ਉਹ ਕਹਿੰਦੇ ਨੇ ਕਿ ਫਸਲਾਂ ਦੇ ਲਈ ਇਹ ਠੰਡ ਲਾਹੇਵੰਦ ਸਾਬਿਤ ਹੋ ਰਹੀ ਹੈ। ਭਾਵੇਂ ਆਮ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ ਪਰ ਮੌਸਮ ਹੈ ਜਿਹੜਾ ਫਸਲਾਂ ਨੂੰ ਫਾਇਦੇ ਦੇਣ ਵਾਲਾ ਹੈ। ਪਰ ਕੋਰਾ ਜਦੋਂ ਪੈਂਦਾ ਹੁੰਦਾ ਉਹ ਫਸਲਾਂ ਦੇ ਲਈ ਮਾੜਾ ਹੁੰਦਾ। ਧੁੰਦ ਤੋਂ ਬਾਅਦ ਹਲਕੀ ਜਿਹੜੀ ਧੁੱਪ ਪੈਂਦੀ ਹੈ ਉਹ ਕਣਕ ਦੇ ਲਈ ਕਾਫੀ ਲਾਹੇਵੰਦ ਹੁੰਦੀ ਹੈ। ਸੋ ਸਾਰੇ ਤੁਸੀਂ ਇਸ ਮੌਸਮ ਦੇ ਵਿੱਚ ਆਪਣਾ ਧਿਆਨ ਰੱਖੋ। ਸਿਰ ਤੋਂ ਤੇ ਪੈਰਾਂ ਤੋਂ ਸਭ ਤੋਂ ਵੱਧ ਜਿਹੜੀ ਠੰਡ ਹੈ ਉਹ ਲੱਗਦੀ ਹੁੰਦੀ ਹੈ। ਸਿਰ ਤੇ ਪੈਰ ਜ਼ਰੂਰ ਢੱਕ ਕੇ ਰੱਖੋ। ਲੰਬਾ ਸਮਾਂ ਰਿੜਕਣ ਤੋਂ ਬਾਅਦ ਕਾਂਗਰਸ ਹਾਈਕਮਾਨ ਨੇ ਆਖਿਰਕਾਰ ਪੰਜਾਬ ਵਿਧਾਨ ਸਭਾ ਦੀਆਂ 2022 ਦੀਆਂ ਵੋਟਾਂ ਦੇ ਲਈ 86 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਹੀ ਦਿੱਤੀ ਹੈ। ਉਮੀਦਵਾਰਾਂ ਦੀ ਚੋਣ ਨੂੰ ਲੈ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਕੈਂਪਨ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਦੇ ਵਿਚਾਲੇ ਖੂਬ ਖੜਕਦੀ ਰਹੀ ਹੈ। ਮੁੱਖ ਮੰਤਰੀ ਚੰਨੀ ਇੱਕ ਵਾਰ ਫਿਰ ਚਮਕੌਰ ਸਾਹਿਬ ਵਿਧਾਨ ਸਭਾ ਸੀਟ ਤੋਂ ਚੋਣ ਲੜਨਗੇ। ਹਾਲਾਂਕਿ ਪਹਿਲਾਂ ਇਹ ਜਿਹੜੀਆਂ ਖਬਰਾਂ ਆ ਰਹੀਆਂ ਸੀ ਕਿ 2 ਸੀਟਾਂ ਮੁੱਖ ਮੰਤਰੀ ਚੰਨੀ ਨੂੰ ਦਿੱਤੀਆਂ ਜਾ ਸਕਦੀਆਂ ਨੇ। ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜਨਗੇ। ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਆਪਣੀ ਮੌਜੂਦਾ ਸੀਟ ਤੋਂ ਹੀ ਡੇਰਾ ਬਾਬਾ ਨਾਨਕ ਤੋਂ ਹੀ ਚੋਣ ਲੜਨਗੇ। ਪੰਜਾਬ ਦੇ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਅੰਮ੍ਰਿਤਸਰ ਸੈਂਟਰਲ ਤੋਂ, ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਕਾਦੀਆਂ ਤੋਂ ਚੋਣ ਮੈਦਾਨ ਦੇ ਵਿੱਚ ਉਤਰ ਆਏ ਨੇ। ਕਈਆਂ ਦੀਆਂ ਟਿਕਟਾਂ ਕੱਟ ਵੀ ਦਿੱਤੀਆਂ ਗਈਆਂ ਨੇ ਤੇ ਕਈ ਨਵਿਆਂ ਨੂੰ ਟਿਕਟਾਂ ਦਿੱਤੀਆਂ ਗਈਆਂ ਨੇ। ਚਾਂਸ ਦਿੱਤੇ ਗਏ ਨੇ ਗਾਇਕ ਸਿੱਧੂ ਮੂਸੇਵਾਲੇ ਨੂੰ ਮਾਨਸਾ ਤੋਂ ਟਿਕਟ ਦੇ ਕੇ। ਅਦਾਕਾਰ ਸੋਨੂ ਸੂਦ ਦੀ ਭੈਣ ਵਾਲਵਿਕਾ ਸੂਦ ਨੂੰ ਮੋਗਾ ਤੋਂ ਕਾਂਗਰਸ ਉਮੀਦਵਾਰ ਬਣਾਇਆ ਗਿਆ ਹੈ ਜਿੱਥੇ ਬਗਾਵਤ ਵੀ ਸ਼ੁਰੂ ਹੋ ਚੁੱਕੀ ਹੈ। ਕਾਂਗਰਸ ਦੇ ਵੱਲੋਂ ਜਿਹੜੇ 86 ਉਮੀਦਵਾਰਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਇਹਨਾਂ ਵਿੱਚੋਂ 1-2 ਨੂੰ ਛੱਡ ਕੇ ਉਹੀ ਵਰਕਰ ਜਾਂ ਲੀਡਰ ਸ਼ਾਮਿਲ ਨੇ ਜਿਨ੍ਹਾਂ ਦੇ ਨਾਮ ਨੂੰ ਥੋੜੀ ਜਿਹੀ ਬਹਿਸ ਤੋਂ ਬਾਅਦ ਫਾਈਨਲ ਕਰ ਦਿੱਤਾ ਗਿਆ। ਸੁਖਪਾਲ ਸਿੰਘ ਖਹਿਰਾ ਦਾ ਨਾਮ ਵੀ ਅਨਾਉਂਸ ਕਰ ਦਿੱਤਾ ਗਿਆ ਹੈ। ਭੁਲੱਥ ਤੋਂ ਹੀ ਖਹਿਰਾ ਨੂੰ ਟਿਕਟ ਦਿੱਤੀ ਗਈ ਹੈ। ਸਭ ਨੂੰ ਹੈਰਾਨੀ ਜ਼ਰੂਰ ਹੋਈ ਹੈ ਕਿਉਂਕਿ ਜਦੋਂ ਸੁਖਪਾਲ ਖਹਿਰਾ ਕਾਂਗਰਸ ਦੇ ਵਿੱਚ ਸ਼ਾਮਿਲ ਹੋਏ ਸੀ ਤਾਂ ਉਦੋਂ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ
ਸਿੰਘ ਹੁੰਦੇ ਸੀ, ਉਹਨਾਂ ਦੀ ਮੌਜੂਦਗੀ ਦੇ ਵਿੱਚ ਉਹਨਾਂ ਦੇ ਰਾਹੀਂ ਖਹਿਰਾ ਮੁੜ ਕਾਂਗਰਸ ਦੇ ਵਿੱਚ ਆਏ ਸੀ। ਹਾਲਾਂਕਿ ਇਸ ਵਕਤ ਉਹ ਈਡੀ ਦੇ ਵੱਲੋਂ ਉਹਨਾਂ ਨੂੰ ਸ਼ਿਕੰਜੇ ਦੇ ਵਿੱਚ ਫਸਾਇਆ ਗਿਆ ਹੈ ਤੇ ਕੈਪਟਨ ਸਾਹਿਬ ਦੇ ਰਾਹੀਂ ਕਾਂਗਰਸ ਦੇ ਵਿੱਚ ਸ਼ਾਮਿਲ ਹੋਏ ਸੀ ਖਹਿਰਾ, ਤਾਂ ਫਿਰ ਉਹਨਾਂ ਦੀ ਟਿਕਟ ਦੀ ਕੋਈ ਬਹੁਤੀ ਸੰਭਾਵਨਾ ਨਹੀਂ ਸੀ, ਪਰ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ। ਸਿੱਧੂ ਮੂਸੇਵਾਲੇ ਦਾ ਵਿਰੋਧ ਹੈ ਜਿਹੜਾ ਉਹ ਮਾਨਸਾ ਦੇ ਜਿਹੜੇ ਲੀਡਰ ਨੇ ਕਾਂਗਰਸੀ ਟਕਸਾਲੀ ਉਹਨਾਂ ਦੇ ਵੱਲੋਂ ਸ਼ੁਰੂ ਵੀ ਕਰ ਦਿੱਤਾ ਗਿਆ ਹੈ। ਮਾਨਸਾ ਦੇ ਵਿੱਚ ਤਾਂ ਧੂਣੀ ਧੁਖਣ ਲੱਗ ਪਈ ਹੈ ਅੱਧੀ ਦਰਜਨ ਤੋਂ ਵੱਧ ਥਾਵਾਂ ਤੇ। ਹਾਲਾਂਕਿ ਪੂਰੇ ਪੰਜਾਬ ਦੇ ਵਿੱਚ ਕਾਂਗਰਸ ਦੀਆਂ ਸੀਟਾਂ ਤੇ ਬਗਾਵਤ ਦੀਆਂ ਖਬਰਾਂ ਸਾਨੂੰ ਮਿਲੀਆਂ ਨੇ, ਪਰ ਮਾਨਸਾ ਦੇ ਵਿੱਚ ਤਾਂ ਜਿਹੜਾ ਟਕਸਾਲੀ ਕਾਂਗਰਸੀ ਪਰਿਵਾਰ ਹੈ, ਜਿਹੜਾ ਸਾਬਕਾ ਵਿਧਾਇਕ ਮਰਹੂਮ ਜਿਹੜੇ ਸ਼ੇਰ ਸਿੰਘ ਗਾਗੋਵਾਲ ਉਹਨਾਂ ਦਾ ਪੋਤਰਾ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ, ਉਸਨੇ ਆਪਣੀ ਮਾਂ ਸਮੇਤ ਕਾਂਗਰਸ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ। ਮਾਈਕਲ ਨੇ ਗੁੱਸਾ ਦਿਖਾਉਂਦਿਆਂ ਕਿਹਾ ਕਿ ਅਸੀਂ ਵਰਕਰਾਂ ਦੀਆਂ ਭਾਵਨਾਵਾਂ ਪਾਰਟੀ ਤੱਕ ਪਹੁੰਚਾ ਦਿੱਤੀਆਂ ਸੀ, ਪਰ ਬਾਵਜੂਦ ਇਸ ਦੇ ਪੈਰਾਸ਼ੂਟ ਰਾਹੀਂ ਉਤਰੇ ਉਮੀਦਵਾਰ ਨੂੰ ਟਿਕਟ ਦਿੱਤੀ ਗਈ ਹੈ ਜਿਨੇ ਲੋਕਾਂ ਦੇ ਕਦੇ ਦੁੱਖ ਸੁੱਖ ਸੁਣੇ ਹੀ ਨਹੀਂ ਹੈਗੇ। ਕਹਿੰਦੇ ਇਲਾਕੇ ਦੇ ਪੰਚਾਂ ਸਰਪੰਚਾਂ ਤੇ ਕੌਂਸਲਰਾਂ ਨੇ ਇੱਕ ਮੀਟਿੰਗ ਕਰਕੇ ਪਾਰਟੀ ਕੋਲ ਵਿਰੋਧ ਜਤਾਇਆ ਹੈ ਤੇ ਅਸੀਂ ਆਉਂਦੇ ਸਮੇਂ 'ਚ ਅਗਲੇ ਐਕਸ਼ਨ ਦਾ ਐਲਾਨ ਹੈ ਜਿਹੜਾ ਉਹ ਕਰ ਦਿਆਂਗੇ। ਉਸੇ ਟਿਕਟ ਮਿਲਣ ਕਰਕੇ ਮੈਨੂੰ ਤਾਂ ਰੋਸ਼ ਆਈ ਹੈ, ਪੂਰੇ ਵਰਕਰਾਂ ਨੂੰ ਵੀ, ਤੇ ਜਿਹੜੇ ਸਾਰੇ ਅੱਜ ਮੇਰੇ ਕੋਲ ਸਾਹਮਣੇ ਬੈਠੇ ਸੀ ਸਵੇਰੇ, ਐਮਸੀ ਸਾਹਿਬਾਨ ਲਾ ਲਓ, ਸਰਪੰਚ ਸਾਹਿਬਾਨ ਲਾ ਲਓ, ਜਿੰਨੇ ਵੀ ਕਾਂਗਰਸੀ ਪੁਰਾਣੇ ਮੈਂਬਰ ਨੇ ਜਾਂ ਅਹੁਦੇਦਾਰ ਨੇ, ਸਾਰਿਆਂ ਨੂੰ ਦੁੱਖ ਆ ਵੀ ਇਹਨੂੰ ਟਿਕਟ ਦਿੱਤੀ ਵੀ ਪੈਰਾਸ਼ੂਟ ਰਾਹੀਂ ਜਿਹੜਾ ਲੋਕਾਂ ਦੇ ਵਿੱਚ ਨਹੀਂ ਵਿਚ ਰਿਹਾ ਉਹਨੂੰ ਟਿਕਟ ਦੇ ਕੇ ਨਵਾਜ਼ੇ। ਤੇ ਅਸੀਂ ਹੁਣ ਅੱਗੇ ਜੋ ਆਪਦਾ ਫੈਸਲਾ ਲਵਾਂਗੇ ਉਹ ਆਪਦੇ ਵਰਕਰਾਂ ਨਾਲ ਲਵਾਂਗੇ, ਪਰ ਅਸੀਂ ਅੱਜ ਪਾਰਟੀ ਨੂੰ ਅਪੀਲ ਸਵੇਰੇ ਕੀਤੀ ਸੀ, ਪਰ ਹੁਣ ਅਸੀਂ ਪਾਰਟੀ ਨੂੰ ਦੱਸਣਾ ਚਾਹੁੰਦੇ ਹਾਂ ਬਈ ਪਾਰਟੀ ਨੂੰ ਇਸ ਟਿਕਟ ਦਾ ਖਾਮਿਆਜ਼ਾ ਭੁਗਤਣਾ ਜਿਵੇਂ 2017 ਕੋਈ ਅਹੁਦਿਆਂ ਤੋਂ ਵੀ ਅਸਤੀਫੇ ਵਗੈਰਾ? ਹਾਂਜੀ, ਅਸੀਂ ਆਪਦੇ ਅਹੁਦਿਆਂ ਤੋਂ, ਕਿਹੜੇ ਕਾਂਗਰਸ ਦੇ ਪਾਰਟੀ ਦੇ ਅਹੁਦਿਆਂ ਤੋਂ ਸਾਨੂੰ ਪ੍ਰੈਸ ਨੋਟ ਜਾਰੀ ਕੀਤਾ ਜਾਊਗਾ ਜੀ। ਤੇ ਅਸੀਂ ਆਪਦੇ, ਮੈਂ ਤੇ ਮੇਰੀ ਮਾਤਾ ਜੀ ਸੀ ਤੇ ਕਿੰਨੇ ਵੀ ਮੇਰੇ ਨਾਲ ਆਪਦੇ ਸਮਰਥਕ ਨੇ, ਅਸੀਂ ਆਪਦੇ ਅਸੀਂ ਆਪਦਾ ਕਾਂਗਰਸ ਤੋਂ ਅਸਤੀਫਾ ਦੇਣਾ। ਇੱਥੇ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਕਾਂਗਰਸ ਨੇ ਜਿਹੜੀ ਸੂਚੀ ਦਾ ਐਲਾਨ ਕੀਤਾ ਹੈ ਉਸ ਸੂਚੀ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਜਿਹੜਾ ਆਫੀਸ਼ੀਅਲ ਨਾਮ ਹੈ ਉਹ ਦਰਜ ਹੀ ਨਹੀਂ ਹੈ, ਪੂਰਾ ਨਾਂ ਲਿਖਿਆ ਹੀ ਨਹੀਂ ਹੋਇਆ। ਪੂਰਾ ਨਾਮ ਜਿਹੜਾ ਹੈਗਾ ਸਿੱਧੂ ਮੂਸੇਵਾਲੇ ਦਾ ਰਿਕਾਰਡ ਦੇ ਮੁਤਾਬਿਕ, ਸਰਕਾਰੀ ਰਿਕਾਰਡ ਦੇ ਮੁਤਾਬਿਕ ਉਹ ਸ਼ੁਭਦੀਪ ਸਿੰਘ ਹੈ, ਪਰ ਗਾਇਕੀ ਦੇ ਖੇਤਰ ਵਿੱਚ ਉਸ ਨੂੰ ਸਿੱਧੂ ਮੂਸੇਵਾਲੇ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਤੇ ਲਿਸਟ ਦੇ ਵਿੱਚ ਸਿੱਧੂ ਮੂਸੇਵਾਲਾ ਹੀ ਲਿਖਿਆ ਹੋਇਆ। ਤੇ ਟਿਕਟ ਮਿਲਣ ਤੋਂ ਬਾਅਦ ਸਿੱਧੂ ਮੂਸੇਵਾਲੇ ਨੇ ਆਪਣੇ ਵਰਕਰਾਂ ਦੇ ਨਾਲ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਤੇ ਉਹਨੇ ਇਹ ਵੀ ਕਿਹਾ ਕਿ ਮੇਰੇ ਹਰ ਕੰਮ ਦੇ ਵਿੱਚ ਅੜਚਨ ਖੜੀ ਹੋਈ ਹੈ, ਮੈਂ ਕੋਈ ਵੀ ਕੰਮ ਕੀਤਾ ਸ਼ਾਂਤੀ ਦੇ ਨਾਲ ਤਾਂ ਹੋਇਆ ਹੀ ਨਹੀਂ, ਮੇਰਾ ਤਾਂ ਹਰ ਕੰਮ ਖੜਕੇ ਦੜਕੇ ਨਾਲ ਹੀ ਹੁੰਦਾ ਹੈ, ਇਸ ਕਰਕੇ ਮੇਰਾ ਸੁਭਾਅ ਵੀ ਇਸੇ ਤਰ੍ਹਾਂ ਦਾ ਹੋ ਗਿਆ। ਦਾਅਵਾ ਵੀ ਕੀਤਾ ਹੈ ਮੂਸੇਵਾਲੇ ਨੇ ਕਿ ਫਤਿਹ ਹਾਸਲ ਹੋਏਗੀ, ਹਰ ਕੰਮ ਦੇ ਵਿੱਚ ਫਤਿਹ ਹਾਸਲ ਮੈਨੂੰ ਹੁੰਦੀ ਰਹੀ ਹੈ ਤੇ ਹੁਣ ਵੀ ਹੋਊਗੀ। ਤੇ ਇਹ ਵੀ ਕਿਹਾ ਕਿ ਸਾਰੇ ਕਾਂਗਰਸੀ ਜਿਹੜੇ ਹੈਗੇ ਨੇ ਮਾਨਸਾ ਦੇ, ਉਹਨਾਂ ਨੂੰ ਮੈਂ ਜਾ ਕੇ ਮਿਲੂੰਗਾ, ਸਾਰਿਆਂ ਨੂੰ ਮਨਾਵਾਂਗਾ, ਇਕੱਠੇ ਮਿਲ ਕੇ ਚੱਲਾਂਗੇ। ਮੈਂ ਸਾਰੇ ਆਪਣੇ ਹਲਕੇ ਦਾ, ਆਪਣੇ ਲੋਕਾਂ ਦਾ ਇਹਨਾਂ ਨੇ ਆਸ਼ੀਰਵਾਦ ਦਿੱਤਾ, ਸਰਵੇ ਦੇ ਵਿੱਚ ਇਹਨੇ ਹਾਂ ਪੱਖੀ ਉਹਨਾਂ ਨੇ ਯਾਨੀ ਕਿ ਦਾਵਾ ਮਾਰਿਆ ਮੇਰੇ ਨਾਮ ਦਾ, ਤੇ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ। ਮੈਂ ਸਾਰਾ ਕ੍ਰੈਡਿਟ ਆਪਣੇ ਹਲਕੇ ਦੇ ਲੋਕਾਂ ਨੂੰ ਦਿੰਦਾ ਤੇ ਬਹੁਤ ਬਹੁਤ ਦੁਆਵਾਂ ਤੁਹਾਡੀਆਂ ਰੰਗ ਲੈ ਕੇ ਆਈਆਂ ਨੇ ਅੱਜ ਲੋਕਾਂ ਦੇ ਸਾਹਮਣੇ। ਅੱਜ ਇਲੈਕਸ਼ਨ ਲੜਨ ਦਾ ਮੌਕਾ ਮਿਲਿਆ ਤੇ ਮੈਂ ਵਾਅਦਾ ਕਰਦਾ ਜਿੱਤਾਂਗੇ ਵੀ, ਲੜਾਂਗੇ ਵੀ ਤੇ ਇੱਥੋਂ ਦੇ ਹੱਕਾਂ ਦੀ ਉਜਾਗਰ ਕਰਾਂਗੇ ਤੇ ਖੜਾਂਗੇ ਇੱਥੋਂ। ਕਿਸੇ ਸਿਆਣੇ ਨੇ ਕਹਾਵਤ ਹੀ ਕਹੀ ਸੀ, ਸਾਡਾ ਫਰਜ਼ ਹੈ ਆਪਦੀ ਚੰਗਿਆਈ ਤੇ ਰਹਿਣਾ, ਸਾਰਿਆਂ ਦਾ ਆਦਰ ਕਰਨਾ, ਸਾਰਿਆਂ ਨੂੰ ਕੋਸ਼ਿਸ਼ ਕਰਨੀ ਕਿ ਇਕਜੁੱਟ ਨਾਲ ਰੱਖਾਂ। ਬਾਕੀ ਜੇ ਕਿਸ ਨੂੰ ਇਸ ਚੀਜ਼ ਦਾ ਲੱਗਦਾ ਤਾਂ ਉਹ ਆਪਾਂ ਕਹਿ ਨਹੀਂ ਸਕਦੇ, ਕਿਉਂਕਿ ਹਰੇਕ ਦੀ ਆਪਣੀ ਇੰਡੀਵਿਜੂਅਲਿਟੀ ਹੈ ਸੋ ਮੇਰੀ ਤਾਂ ਕੋਸ਼ਿਸ਼ ਇਹੀ ਹੈ ਵੀ ਸਾਰਿਆਂ ਨੂੰ ਨਾਲ ਲੈ ਕੇ ਚੱਲਿਆ ਜਾਵੇ, ਆਪਣੇ ਭਰਾ ਬਣਾ ਕੇ ਚੱਲਿਆ ਜਾਵੇ, ਕਿਉਂਕਿ ਲੋਕਾਂ ਨਾਲ ਹੀ ਅਸੀਂ ਸਾਰੇ, ਜੇ ਅਸੀਂ ਆਪੋ ਆਪਣੀ ਈਗੋ ਨੂੰ ਸਾਈਡ ਤੇ ਰੱਖ ਕੇ ਜੇ ਆਪਾਂ ਇੱਥੋਂ ਦੇ ਭਲੇ ਲਈ ਕੁਝ ਨਾ ਕੁਝ ਕਰ ਸਕੀਏ ਤਾਂ ਸਾਨੂੰ ਜ਼ਰੂਰ ਕਰਨਾ ਚਾਹੀਦਾ। ਜਦਕਿ ਮਾਨਸਾ ਤੋਂ ਨਾਜਰ ਸਿੰਘ ਮਾਨਸ਼ਾਈਆ ਵੀ ਤਿੱਖੇ ਵਿਰੋਧ ਦਾ ਐਲਾਨ ਇੱਕ ਦਿਨ ਪਹਿਲਾਂ ਹੀ ਕਰ ਚੁੱਕੇ ਨੇ। ਉਧਰ ਆਮ ਆਦਮੀ ਪਾਰਟੀ ਦਾ ਪੱਲਾ ਛੱਡ ਕੇ ਕਾਂਗਰਸ ਦੇ ਵਿੱਚ ਸ਼ਾਮਿਲ ਹੋਣ ਵਾਲੀ ਜਿਹੜੀ ਰੁਪਿੰਦਰ ਰੂਬੀ, ਉਸ ਨੂੰ ਵੀ ਰਾਖਵੀਂ ਟਿਕਟ ਦੇ ਦਿੱਤੀ ਗਈ ਹੈ। ਮਾਨਸਾ ਦੇ ਨਾਲ ਮੋਗਾ ਦੇ ਵਿੱਚ ਵੀ ਬਗਾਵਤ ਦੇ ਰੰਗ ਦਿਖ ਗਏ ਨੇ। ਫਿਲਮ ਅਦਾਕਾਰ ਸੋਨੂ ਸੂਦ ਦੀ ਭੈਣ ਮਾਲਵਿਕਾ ਸੂਦ ਨੂੰ ਟਿਕਟ ਦੇਣ ਤੋਂ ਬਾਅਦ ਮੋਗੇ ਤੋਂ ਮੌਜੂਦਾ ਕਾਂਗਰਸੀ ਵਿਧਾਇਕ ਹਰਜੋਤ ਕਮਲ ਬੀਜੇਪੀ ਦੇ ਵਿੱਚ ਸ਼ਾਮਿਲ ਹੋ ਗਏ ਨੇ। ਸ਼ਨੀਚਰਵਾਰ ਦੀ ਇੱਕ ਹੋਰ ਅਹਿਮ ਖਬਰ ਕਿਸਾਨਾਂ ਦੀ ਮੀਟਿੰਗ ਦੇ ਨਾਲ ਜੁੜੀ ਹੋਈ ਸੀ। ਸਿੰਘੂ ਬਾਰਡਰ ਤੇ ਮੁੜ ਤੋਂ ਕਿਸਾਨ ਲੀਡਰ ਇਕੱਠੇ ਹੋਏ। ਮੋਰਚਾ ਫਤਿਹ ਕਰਨ ਦੇ ਐਲਾਨ ਤੋਂ ਬਾਅਦ ਕਿਸਾਨ ਲੀਡਰ ਕਰੀਬ 1 ਮਹੀਨੇ ਬਾਅਦ ਸਿੰਘੂ ਬਾਰਡਰ ਦੀਆਂ ਜਿਹੜੀਆਂ ਕਜਾਰੀਆ ਟਾਇਲਸ ਦੇ ਵਿੱਚ, ਜਿੱਥੇ ਪਹਿਲਾਂ ਮੀਟਿੰਗ ਹੁੰਦੀ ਸੀ ਮੋਰਚੇ ਵੇਲੇ, ਉੱਥੇ ਹੀ ਮੀਟਿੰਗ ਕੀਤੀ ਅਤੇ ਕਈ ਅਹਿਮ ਫੈਸਲਿਆਂ ਤੇ ਮੋਹਰ ਲਾਈ ਸੰਯੁਕਤ ਕਿਸਾਨ ਮੋਰਚੇ ਨੇ। ਇਸ ਮੀਟਿੰਗ ਦੇ ਵਿੱਚ ਸਮੀਖਿਆ ਕੀਤੀ ਗਈ ਕਿ ਸਰਕਾਰ ਦੇ ਜਿਹੜੇ ਦਾਅਵਿਆਂ ਨੂੰ ਸੱਚ ਮੰਨ ਕੇ ਕਿਸਾਨਾਂ ਨੇ ਆਪਣਾ ਜਿਹੜਾ ਵਿਰੋਧ ਹੈ, ਆਪਣਾ ਮੋਰਚਾ ਖਤਮ ਕਰਨ ਦਾ ਐਲਾਨ ਕਰ ਦਿੱਤਾ ਸੀ। ਕੀ ਉਹ ਵਾਅਦੇ ਪੂਰੇ ਕੀਤੇ ਜਾਂ ਨਹੀਂ ਕੀਤੇ, ਤਾਂ ਇਹੀ ਤੱਥ ਕੱਢਿਆ ਗਿਆ ਕਿ ਸਰਕਾਰ
ਸਰਕਾਰ ਨੇ ਹਾਲੇ ਉਹਨਾਂ ਮੰਗਾਂ ਦੇ ਉੱਤੇ ਕੋਈ ਕੰਮ ਨਹੀਂ ਕੀਤਾ ਹੈ। ਇਸ ਕਰਕੇ ਜਿਹੜਾ ਹੈਗਾ ਵਿਸ਼ਵਾਸਘਾਤ ਖਿਲਾਫ ਦਿਵਸ ਮਨਾਇਆ ਜਾਵੇਗਾ, ਵਾਅਦਾ ਖਿਲਾਫੀ ਦਿਵਸ ਵੱਡੇ ਪੱਧਰ ਤੇ ਮਨਾਇਆ ਜਾਵੇਗਾ। 31 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਨੇ ਪੂਰੇ ਦੇਸ਼ ਵਿੱਚ ਹਰ ਜ਼ਿਲ੍ਹਾ ਹੈੱਡਕੁਆਟਰ, ਹਰ ਤਹਿਸੀਲ ਹੈੱਡਕੁਆਟਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬੀਜੇਪੀ ਸਰਕਾਰ ਦੇ ਪੁਤਲੇ ਫੂਕਣ ਦਾ ਐਲਾਨ ਕੀਤਾ ਹੈ। ਉਹਨਾਂ ਨੇ ਕਿਹਾ ਕਿ ਅਸੀਂ ਸਵਾ ਮਹੀਨੇ ਸਰਕਾਰ ਦੀ ਕਾਰਗੁਜ਼ਾਰੀ ਦੀ ਉਡੀਕ ਕੀਤੀ, ਪਰ ਹਾਲੇ ਤੱਕ ਬਿਜਲੀ ਬਿੱਲ ਤੇ ਚਰਚਾ ਵੀ ਨਹੀਂ ਹੋਈ। ਪੂਰੇ ਦੇਸ਼ ਵਿੱਚ ਕਿਸਾਨਾਂ ਖਿਲਾਫ ਦਰਜ ਕੇਸ ਵਾਪਸ ਨਹੀਂ ਕੀਤੇ ਗਏ। ਸਰਕਾਰ ਨੇ ਕੁਝ ਨਹੀਂ ਕੀਤਾ, ਮੁਆਵਜ਼ੇ ਬਾਰੇ ਕੋਈ ਤਰੱਕੀ ਨਹੀਂ ਹੋਈ। ਹਰਿਆਣਾ ਵਿੱਚ ਕੇਸ ਵਾਪਸੀ ਨੂੰ ਲੈ ਕੇ ਥੋੜੀ ਜਿਹੀ ਹਲਚਲ ਹੈ ਕਹਿੰਦੇ ਜ਼ਰੂਰ ਹੋਈ। ਦੂਸਰਾ ਵੱਡਾ ਫੈਸਲਾ ਲਖੀਮਪੁਰ ਖੀਰੀ ਕਤਲकांड ਨੂੰ ਲੈ ਕੇ ਕੀਤਾ ਗਿਆ। ਕਿਸਾਨ ਲੀਡਰਾਂ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਸਿੱਟ ਦੀ ਰਿਪੋਰਟ ਵਿੱਚ ਸਪਸ਼ਟ ਕਹਿ ਦਿੱਤਾ ਗਿਆ ਕਿ ਘਟਨਾ ਨਹੀਂ ਬਲਕਿ ਸਾਜ਼ਿਸ਼ ਸੀ। ਲੋਕਾਂ ਤੇ ਗੱਡੀ ਜਾਣਬੁੱਝ ਕੇ ਚੜਾਈ ਗਈ ਸੀ, ਪਰ ਸਰਕਾਰ ਨੇ ਹਾਲੇ ਤੱਕ ਮੁੱਖ ਦੋਸ਼ੀ ਹੈ ਜਿਹੜਾ ਮੰਤਰੀ ਅਜੇ ਮਿਸ਼ਰਾ ਟੇਨੀ ਉਸ ਨੂੰ ਬਰਖਾਸਤ ਨਹੀਂ ਕੀਤਾ। ਕੋਈ ਕਾਰਵਾਈ ਨਾ ਕੀਤੇ ਜਾਣ ਤੇ ਹੁਣ ਕਿਸਾਨ ਲੀਡਰ ਰਾਕੇਸ਼ ਟਿਕੈਤ ਦੀ ਅਗਵਾਈ ਵਿੱਚ 21 ਜਨਵਰੀ ਤੋਂ 3 ਦਿਨਾਂ ਦੌਰੇ ਤੇ ਲਖੀਮਪੁਰ ਖੀਰੀ ਜਾਣਗੇ। ਸਾਰੇ ਮ੍ਰਿਤਕ ਕਿਸਾਨਾਂ ਦੇ ਪੀੜਤ ਪਰਿਵਾਰਾਂ, ਜਿਨ੍ਹਾਂ ਕਿਸਾਨਾਂ ਤੇ ਕੇਸ ਦਰਜ ਕੀਤੇ ਨੇ, ਉਹਨਾਂ ਸਾਰਿਆਂ ਨਾਲ ਮੁਲਾਕਾਤ ਕਰਨਗੇ। ਕਿਸਾਨ ਲੀਡਰ ਉੱਥੋਂ ਦੇ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ। ਜੇ ਕਹਿੰਦੇ ਸਾਡੀ ਸੁਣਵਾਈ ਨਹੀਂ ਹੋਊਗੀ ਤਾਂ ਅਸੀਂ ਲਖੀਮਪੁਰ ਖੀਰੀ ਦੇ ਵਿੱਚ ਮੋਰਚਾ ਲਾ ਦਿਆਂਗੇ। ਮੋਰਚਾ ਉਦੋਂ ਤੱਕ ਕਾਇਮ ਰਹੇਗਾ ਜਦੋਂ ਤੱਕ ਲੋਕਾਂ ਨੂੰ ਨਿਆਂ ਨਹੀਂ ਮਿਲਦਾ। ਕਿਸਾਨਾਂ ਨੇ ਇਹ ਐਲਾਨ ਕਰ ਦਿੱਤਾ ਹੈ, ਪਰ ਇੱਥੇ ਇੱਕ ਗੱਲ ਜ਼ਰੂਰ ਢੁਕਦੀ ਹੈ ਕਿ ਹੁਣ ਪਛਤਾਉਣ ਨਾਲ ਕੀ ਹੁੰਦਾ ਜਦੋਂ ਚਿੜੀਆਂ ਖੇਤ ਹੀ ਚੁਗ ਜਾਣ। ਜਦੋਂ ਲਖੀਮਪੁਰ ਖੀਰੀ ਕਤਲकांड ਹੋਇਆ ਸੀ, ਇੰਨਾ ਵੱਡਾ, ਇੰਨਾ ਦਰਦਨਾਕ ਹਾਦਸਾ ਹੋਇਆ ਸੀ, ਉਸ ਵੇਲੇ ਕਿਸਾਨਾਂ ਨੇ ਢਿੱਲ ਕਿਉਂ ਦਿਖਾਈ ਸੀ? ਉਸ ਵੇਲੇ ਤਾਂ ਮੋਰਚਾ ਬੜੇ ਜੋਬਨ ਤੇ ਚੱਲ ਰਿਹਾ ਸੀ। ਉਦੋਂ ਲਖੀਮਪੁਰ ਖੀਰੀ ਦੇ ਵਿੱਚ ਮੋਰਚਾ ਕਿਉਂ ਨਹੀਂ ਕੱਢਿਆ ਗਿਆ? ਕਿਉਂ ਮੁਆਵਜ਼ਾ ਲਏ ਤੋਂ ਬਿਨਾਂ ਹੀ ਉੱਥੋਂ ਧਰਨਾ ਚੱਕ ਦਿੱਤਾ ਗਿਆ? ਕਿਸਾਨਾਂ ਦੇ ਜਿਹੜੇ ਉੱਥੇ ਹਾਦਸੇ ਦੇ ਵਿੱਚ ਜਾਨ ਗਵਾਉਣ ਵਾਲੇ ਕਿਸਾਨਾਂ ਦੇ ਪੀੜਤ ਪਰਿਵਾਰ ਸੀ, ਉਹਨਾਂ ਨੇ ਐਲਾਨ ਕੀਤਾ ਸੀ ਕਿ ਅਸੀਂ ਅੰਤਿਮ ਸੰਸਕਾਰ ਨਹੀਂ ਕਰਾਂਗੇ ਜਦੋਂ ਤੱਕ ਮੁਆਵਜ਼ਾ ਨਹੀਂ ਮਿਲਦਾ। ਪਰ ਕਿਸਾਨ ਲੀਡਰ ਉੱਥੇ ਨਹੀਂ ਪਹੁੰਚੇ ਸੀ। ਕੁਝ ਰੋਕਾਂ ਦਾ ਜਿਹੜਾ ਤਰਕ ਦਿੱਤਾ ਗਿਆ ਸੀ। ਰਾਕੇਸ਼ ਟਿਕੈਤ ਜ਼ਰੂਰ ਪਹੁੰਚੇ ਸੀ, ਸਰਕਾਰ ਦੇ ਨਾਲ ਸਹਿਮਤੀ ਦਾ ਐਲਾਨ ਕਰ ਦਿੱਤਾ ਸੀ, ਪਰ ਹੁਣ ਦੁਬਾਰਾ ਕਈ ਮਹੀਨਿਆਂ ਬਾਅਦ ਮੋਰਚਾ ਲਾਉਣ ਦਾ ਐਲਾਨ ਕੀਤਾ ਹੈ। ਖੈਰ, ਕਿਸਾਨ ਲੀਡਰਾਂ ਨੇ ਮਜ਼ਦੂਰ ਜਥੇਬੰਦੀਆਂ ਦਾ ਸਾਥ ਦੇਣ ਦਾ ਵੀ ਦਾਅਵਾ ਕੀਤਾ ਹੈ। ਕਿਹਾ ਕਿ ਮਜ਼ਦੂਰ ਜਥੇਬੰਦੀਆਂ 23 ਤੇ 24 ਫਰਵਰੀ ਨੂੰ ਪੂਰੇ ਦੇਸ਼ ਵਿੱਚ ਭੁੱਖ ਹੜਤਾਲ ਕਰ ਰਹੀਆਂ ਨੇ ਤੇ ਇਹਨਾਂ ਨੇ 13 ਮਹੀਨੇ ਸਾਡਾ ਸਹਿਯੋਗ ਕੀਤਾ ਤੇ ਹੁਣ ਅਸੀਂ ਉਹਨਾਂ ਦੇ ਹਰ ਸੱਦੇ ਦਾ ਸਹਿਯੋਗ ਕਰਾਂਗੇ। ਹੁਣ ਵਾਰੀ ਆਉਂਦੀ ਹੈ ਕਿ ਜਿਹੜੀਆਂ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੇ ਵਿੱਚੋਂ 22 ਜਥੇਬੰਦੀਆਂ ਨੇ ਸਿਆਸਤ ਵਿੱਚ ਆਉਣ ਦਾ ਐਲਾਨ ਕੀਤਾ ਸੀ, ਜਿਨ੍ਹਾਂ ਨੇ ਸੰਯੁਕਤ ਸਮਾਜ ਮੋਰਚਾ ਬਣਾ ਲਿਆ ਹੈ, ਚੋਣਾਂ ਦੇ ਵਿੱਚ ਨਿਤਰੇ ਹੋਏ ਨੇ। ਉਸ ਬਾਰੇ ਕਿਸਾਨ ਮੋਰਚੇ ਨੇ ਕੀ ਫੈਸਲਾ ਲਿਆ ਹੈ? ਉਹਨਾਂ ਨੇ ਕਿਹਾ ਕਿ ਜਿਹੜੀਆਂ ਜਥੇਬੰਦੀਆਂ ਚੋਣਾਂ ਵਿੱਚ ਗਈਆਂ ਸੀ ਉਹਨਾਂ ਨਾਲ ਸਾਡਾ ਕੋਈ ਵਾਹ ਵਾਸਤਾ ਨਹੀਂ ਹੈ। ਅਸੀਂ ਉਹਨਾਂ ਦੇ ਤਾਲਮੇਲ ਦੇ ਵਿੱਚ ਨਹੀਂ ਰਹਾਂਗੇ, ਨਾ ਹੀ ਉਹ ਸੰਯੁਕਤ ਕਿਸਾਨ ਮੋਰਚੇ ਦੇ ਤਾਲਮੇਲ ਵਿੱਚ ਰਹਿਣਗੇ। 4 ਮਹੀਨਿਆਂ ਤੋਂ ਬਾਅਦ ਸਮੀਖਿਆ ਕਰਨਗੇ ਕਿ ਉਹਨਾਂ ਲੋਕਾਂ ਦੇ ਨਾਲ, ਉਹਨਾਂ ਲੀਡਰਾਂ ਦੇ ਨਾਲ ਰਿਸ਼ਤਾ ਕਿਹੋ ਜਿਹਾ ਹੋਏਗਾ। ਫਿਲਹਾਲ ਉਹ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਨਹੀਂ ਰਹਿ ਸਕਦੇ। ਕਿਸਾਨ ਲੀਡਰਾਂ ਨੇ ਕਿਹਾ ਕਿ ਜਲਦਬਾਜ਼ੀ ਦਾ ਫੈਸਲਾ ਹੈ ਜਿਹਦੇ ਨਾਲ ਸੰਯੁਕਤ ਕਿਸਾਨ ਮੋਰਚਾ ਸਹਿਮਤ ਨਹੀਂ ਹੈ, ਯਾਨੀ ਕਿ ਵੋਟਾਂ ਦਾ ਫੈਸਲਾ। ਰਾਕੇਸ਼ ਟਿਕੈਤ ਨੇ ਫਿਰ ਕਲੀਅਰ ਵੀ ਕੀਤਾ ਕਿ ਅਸੀਂ ਉਹਨਾਂ ਨੂੰ ਸਸਪੈਂਡ ਨਹੀਂ ਕੀਤਾ, ਨਾ ਹੀ ਕਿਸੇ ਯੂਨੀਅਨ ਨਾਲ ਨਾਤਾ ਤੋੜਿਆ, ਪਰ 4 ਮਹੀਨੇ ਬਾਅਦ ਸਮੀਖਿਆ ਕਰਾਂਗੇ। ਤੇ ਨਾਲ ਹੀ ਕਿਸਾਨ ਲੀਡਰਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ 31 ਜਨਵਰੀ ਤੱਕ ਜੇ ਸਰਕਾਰ ਨੇ ਇਹਨਾਂ ਮਾਮਲਿਆਂ ਤੇ ਕੋਈ ਕਾਰਵਾਈ ਨਾ ਕੀਤੀ ਤਾਂ 1 ਫਰਵਰੀ ਤੋਂ ਮਿਸ਼ਨ ਉੱਤਰ ਪ੍ਰਦੇਸ਼ ਤੇ ਮਿਸ਼ਨ ਉੱਤਰਾਖੰਡ ਪੂਰੇ ਜ਼ੋਰ ਸ਼ੋਰ ਦੇ ਨਾਲ ਸ਼ੁਰੂ ਹੋਏਗਾ। ਇਹਨਾਂ ਦੋਨਾਂ ਸੂਬਿਆਂ ਦੇ ਵਿੱਚ ਵੀ ਚੋਣਾਂ ਹੋ ਰਹੀਆਂ ਨੇ ਪੰਜਾਬ ਦੇ ਵਾਂਗੂ, ਪਰ ਪੰਜਾਬ ਦਾ ਇਹਨਾਂ ਲੀਡਰਾਂ ਨੇ ਨਾਮ ਨਹੀਂ ਲਿਆ। ਸੋ ਇੱਕ ਪਾਸੇ ਸਿੰਘੂ ਬਾਰਡਰ ਤੇ ਕਜਾਰੀਆ ਟਾਇਲਸ ਤੇ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਚੱਲ ਰਹੀ ਸੀ ਤਾਂ ਦੂਸਰੇ ਪਾਸੇ ਪੰਜਾਬ ਤੇ ਹਰਿਆਣਾ ਦੇ ਕੁਝ ਕਿਸਾਨਾਂ ਨੇ ਉੱਥੇ ਇਸ ਮੀਟਿੰਗ ਦਾ ਵਿਰੋਧ ਵੀ ਕੀਤਾ। ਅੰਦੋਲਨ ਭਾਵੇਂ ਖਤਮ ਹੋ ਚੁੱਕਿਆ, 11 ਦਸੰਬਰ ਨੂੰ ਸਾਰੇ ਕਿਸਾਨ ਉੱਥੋਂ ਆਉਣੇ ਸ਼ੁਰੂ ਹੋ ਗਏ ਸੀ, ਪਰ ਉੱਥੇ ਕੁਝ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਹਾਲੇ ਵੀ ਸਿੰਘੂ ਬਾਰਡਰ ਤੇ ਰੁਕੇ ਹੋਏ ਨੇ। ਬਹੁਤ ਘੱਟ ਗਿਣਤੀ ਹੈ ਇਹਨਾਂ ਦੀ ਭਾਵੇਂ, ਪਰ ਉੱਥੇ ਇਹ ਲਗਾਤਾਰ ਬੈਠੇ ਹੋਏ ਨੇ ਕਿ ਐਮਐਸਪੀ ਦਾ ਜਦੋਂ ਤੱਕ ਕਾਨੂੰਨ ਨਹੀਂ ਬਣ ਜਾਂਦਾ, ਅਮਲੀ ਰੂਪ 'ਚ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ, ਅਸੀਂ ਇੱਥੋਂ ਉੱਠ ਕੇ ਨਹੀਂ ਜਾਵਾਂਗੇ। ਕਿਸਾਨ ਸ਼ਮਸ਼ੇਰ ਸਿੰਘ ਨੇ ਇਸ ਵਿਰੋਧ ਨੂੰ ਅੰਦੋਲਨ ਦੱਸਿਆ ਤੇ ਕਿਹਾ ਕਿ ਐਮਐਸਪੀ ਤੇ ਹੋਰ ਕਿਸਾਨੀ ਸਮੱਸਿਆਵਾਂ ਦਾ ਹਾਲੇ ਤੱਕ ਹੱਲ ਨਹੀਂ ਹੋਇਆ, ਨਾ ਹੀ ਪ੍ਰਧਾਨ ਮੰਤਰੀ ਨੇ ਲਿਖਤੀ ਕੁਝ ਭਰੋਸਾ ਦਿੱਤਾ ਹੈ। ਇਸ ਦੇ ਬਾਵਜੂਦ ਕਹਿੰਦੇ ਕਿਸਾਨ ਲੀਡਰ ਇੱਥੋਂ ਸੰਘਰਸ਼ ਖਤਮ ਕਰਕੇ ਚਲੇ ਗਏ। ਛੇਤੀ ਨਾਲ ਉਹਨਾਂ ਨੇ ਸੰਘਰਸ਼ ਮੋਰਚਾ ਨਿਪਟਾ ਦਿੱਤਾ ਤੇ ਹੁਣ ਸ਼ਹੀਦ ਕਿਸਾਨਾਂ ਤੇ ਸਿਆਸਤ ਕਰਨ ਲੱਗੇ ਨੇ। ਇਹਨਾਂ ਨੂੰ ਪੰਜਾਬ ਤੇ ਯੂਪੀ ਦੇ ਕਿਸਾਨ ਵੋਟਾਂ ਵਿੱਚ ਬਿਲਕੁਲ ਵੀ ਕਾਮਯਾਬ ਨਹੀਂ ਹੋਣ ਦੇਣਗੇ, ਯਾਨੀ ਕਿ ਕਿਸਾਨ ਲੀਡਰਾਂ ਦਾ ਵਿਰੋਧ ਕਰ ਰਹੇ ਸੀ। ਇੱਕ ਹੋਰ ਕਿਸਾਨ ਨੇ ਚੋਣਾਂ ਲੜਨ ਵਾਲੇ ਕਿਸਾਨ ਲੀਡਰਾਂ ਨੂੰ ਕਿਹਾ ਕਿ ਇਹਨਾਂ ਨੇ ਸਿਰਫ ਆਪਣੀਆਂ ਵੋਟਾਂ ਹੀ ਖਰਾਬ ਕਰਨੀਆਂ ਨੇ, ਕਿਸੇ ਵੀ ਕੀਮਤ ਤੇ ਇਹਨਾਂ ਨੂੰ ਕਾਮਯਾਬੀ ਨਹੀਂ ਮਿਲ ਸਕਦੀ। नेताओं जवाब दो, जवाब दो, जवाब दो। 48,000 केस वापस हुए, जवाब दो, जवाब दो, जवाब
शहादत पे राजनीति बंद करो, बंद करो, बंद करो। 716 किसानों की शहादत पे राजनीति बंद करो, बंद करो, बंद करो। हम यहाँ आए थे कि हमारी लागत बचेगी, हमारी खेती बचेगी, एमएसपी कानून पे बात होगी, लेकिन बड़ा धोखा हो गया। पंजाब के प्रायोजित 32 आड़ थी और एक हरियाणा का शाहबाद मंडी का आड़ थी, गुरनाम चढ़ूनी। ये एक गैंग बन गया। इसने ना आंदोलन का विस्तार होने दिया, ना एमएसपी कानून को इन्होंने आगे रखा। यानी कि मेरे जो 4th ऑर्डिनेंस जो मेरी जीवन चक्र के लिए ज़रूरी था, उसके लिए जो 3 कानूनों में जो प्रो फार्मर अमेंडमेंट होने थे, वहाँ इन्होंने कमेटियाँ नहीं बनाई। जब मेरा एमएसपी का मुद्दा आया तो इन्होंने अमित शाह के घर पे बैठ के इन्होंने कुछ दस्तावेजों पे साइन किए, इन्होंने खुद से चिट्ठियाँ जारी करवाई, खुद इन्होंने जश्न मनाए, खुद तालियां बजाई। यानी कि कहीं पे प्रधानमंत्री का एक ऑफिशियल स्टेटमेंट नहीं आया कि मैं एमएसपी कानून बनाने जा रहा हूं। कहीं उनका एक बयान ये नहीं आया कि भाई मैं इस पे कोई बड़ा फैसला भी ले रहा हूं। यानी कि इनको आंदोलन निपटाने के लिए इन्होंने नूरा कुश्ती खेल ली, ये सड़कें खाली कराने में कामयाब हो गए, चुनाव के लिए परमिट लेके कामयाब हो गए। लेकिन मुद्दा आज भी जो सड़कों पे बैठे हैं इन लोगों के पास है। और जो एसकेएम हमारा प्रतिनिधित्व करता था, हम एसकेएम का प्रतिनिधित्व नहीं करते क्योंकि किसान के रिप्रेजेंटेटिव थे। लेकिन ये 8 दियों के मिले, ये अमरिंदर सिंह के प्रायोजित मिले, ये आपके आम आदमी पार्टी के प्रायोजित मिले। अब भी जो मीटिंग कर रहे हैं वो एसकेएम के बैनर को, योगेंद्र यादव, कामरेड दर्शन पाल, ये सिर्फ इसके बैनर को यूज करेंगे। आगे इसको राजनीतिक मुद्दा बना के भविष्य में, यानी कि आंदोलन के मुद्दे को ये राजनीतिक प्रयोगशाला बना दिया इन्होंने। ਤੇ ਹੁਣ ਜ਼ਰੂਰੀ ਖਬਰ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਅਸੀਂ ਤੁਹਾਨੂੰ ਦੇ ਦਿੰਨੇ ਆ। ਇਲੈਕਸ਼ਨ ਕਮਿਸ਼ਨ ਨੇ ਜਿਸ ਦਿਨ ਚੋਣਾਂ ਦਾ ਐਲਾਨ ਕੀਤਾ ਸੀ, ਚੋਣ ਜ਼ਾਬਤਾ ਲੱਗ ਗਿਆ ਸੀ ਤੇ ਉਸ ਦਿਨ ਰੋਕ ਲਾ ਦਿੱਤੀ ਸੀ ਕਿ 15 ਜਨਵਰੀ ਤੱਕ ਸੂਬੇ ਦੇ ਵਿੱਚ ਕੋਈ ਰੈਲੀ ਵੱਡਾ ਇਕੱਠ ਨਹੀਂ ਹੋ ਸਕਦਾ, ਸਿਰਫ ਡੋਰ ਟੂ ਡੋਰ ਕੈਂਪੇਨਿੰਗ ਹੋ ਸਕਦੀ ਹੈ। ਉਹਦੇ ਵਿੱਚ ਵੀ 5 ਜਣੇ ਹੀ ਸ਼ਾਮਿਲ ਹੋ ਸਕਦੇ ਨੇ। ਜਿਨ੍ਹਾਂ ਪਾਰਟੀਆਂ ਨੇ ਉਲੰਘਣਾ ਕੀਤੀ ਉਹਨਾਂ ਨੂੰ ਨੋਟਿਸ ਵੀ ਜਾਰੀ ਕਰ ਦਿੱਤੇ ਗਏ ਤੇ 15 ਜਨਵਰੀ ਨੂੰ ਮੁੜ ਸਮੀਖਿਆ ਕਰਨੀ ਸੀ ਤੇ ਚੋਣ ਕਮਿਸ਼ਨ ਨੇ ਵੱਡਾ ਫੈਸਲਾ ਲੈਂਦਿਆਂ ਇਹ ਰੋਕ ਹੈ ਜਿਹੜੀ ਵੱਡੀਆਂ ਰੈਲੀਆਂ ਤੇ ਰੋਡ ਸ਼ੋਅ ਦੇ ਉੱਤੇ ਰੋਕ 22 जनवरी तक ਵਧਾ ਦਿੱਤੀ ਹੈ ਕੋਵਿਡ ਕਰਕੇ, ਕੋਵਿਡ ਦੇ ਵਾਧੇ ਕੇਸਾਂ ਦੇ ਕਰਕੇ। ਪਰ ਨਾਲ ਹੀ ਇੱਕ ਛੋਟ ਵੀ ਦੇ ਦਿੱਤੀ ਹੈ। ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਛੋਟ ਦਿੱਤੀ ਹੈ ਕਿ ਹੁਣ ਤੁਸੀਂ ਛੋਟੇ-ਛੋਟੇ ਇਕੱਠ ਨੇ ਜਿਹੜੇ ਉਹ ਕਰ ਸਕਦੇ ਹੋ। ਇਨਡੋਰ ਜਿਹੜੀਆਂ ਮੀਟਿੰਗਸ ਨੇ ਉਹ ਤੁਸੀਂ ਕਰ ਸਕਦੇ ਹੋ, ਪਰ 300 ਤੋਂ ਵੱਧ ਲੋਕ ਨਹੀਂ ਸ਼ਾਮਿਲ ਹੋ ਸਕਦੇ। ਅੰਦਰ ਜਿਹੜੇ ਹਾਲ ਦੇ ਵਿੱਚ ਇਕੱਠ ਨੇ ਉਹ ਹੁਣ ਪੋਲੀਟੀਕਲ ਪਾਰਟੀਆਂ ਕਰ ਸਕਦੀਆਂ ਨੇ ਅਤੇ ਹਾਲ ਦੇ ਵਿੱਚ ਜਿੰਨੀ ਕਪੈਸਿਟੀ ਹੈ, ਜੇ ਉੱਥੇ 300 ਜਣਾ ਬਹਿ ਸਕਦਾ ਹੈ ਤਾਂ ਉੱਥੇ 150 ਜਣਾ ਹੀ ਇਕੱਠਾ ਕੀਤਾ ਜਾ ਸਕਦਾ ਹੈ। ਇਸ ਤੋਂ ਵੱਧ ਨਹੀਂ ਕਰ ਸਕਦੇ। ਬਾਕੀ ਤੁਹਾਡੇ ਜ਼ਿਲ੍ਹੇ ਦੇ ਵਿੱਚ ਜੋ ਪ੍ਰਸ਼ਾਸਨ ਨੇ ਲਿਮਿਟ ਰੱਖੀ ਹੈ ਉਸ ਦੇ ਅੰਦਰ ਰਹਿ ਕੇ ਤੁਸੀਂ ਕਰਨਾ ਹੈ। ਨਾਲ ਹੀ ਸਖਤੀ ਦੇ ਨਾਲ ਹਦਾਇਤ ਕੀਤੀ ਹੈ ਕਿ ਕੋਵਿਡ ਦੀਆਂ ਜਿਹੜੀਆਂ ਹਦਾਇਤਾਂ ਨੇ ਉਹਨਾਂ ਦੀ ਜ਼ਰੂਰ ਪਾਲਣਾ ਕੀਤੀ ਜਾਵੇ। ਜਿਹੜੀਆਂ ਵੀ ਤੁਹਾਨੂੰ ਜ਼ਿਲ੍ਹੇ ਦੇ ਵਿੱਚ ਹਦਾਇਤਾਂ ਮਿਲੀਆਂ ਨੇ ਸਿਹਤ ਵਿਭਾਗ ਦੇ ਵੱਲੋਂ, ਉਹਨਾਂ ਦੀ ਪਾਲਣਾ ਕੀਤੀ ਜਾਣੀ ਜ਼ਰੂਰੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਵੀ ਇਸ ਲਈ ਚਿੱਠੀ ਲਿਖੀ ਸੀ ਇਲੈਕਸ਼ਨ ਕਮਿਸ਼ਨ ਨੂੰ ਕਿ ਰੋਕ ਹੈ ਜਿਹੜੀ ਬਿਲਕੁਲ ਮੁਕੰਮਲ ਰੋਕ ਹੈ, ਉਸ ਨੂੰ ਹਟਾਇਆ ਜਾਵੇ। ਵੱਡੀਆਂ ਰੈਲੀਆਂ ਨਾ ਕੀਤੀਆਂ ਜਾਣ, ਇਹਦੇ ਨਾਲ ਅਸੀਂ ਵੀ ਸਹਿਮਤ ਹਾਂ, ਪਰ ਛੋਟੇ-ਛੋਟੇ ਇਕੱਠ ਕਰਨ ਦੀ ਇਜਾਜ਼ਤ ਦੇਣੀ ਚਾਹੀਦੀ ਹੈ ਕਿਉਂਕਿ ਵਰਚੁਅਲੀ ਸਾਰੇ ਲੋਕਾਂ ਤੱਕ ਅਸੀਂ ਨਹੀਂ ਪਹੁੰਚ ਸਕਦੇ। ਸਾਰਿਆਂ ਕੋਲ ਇੰਟਰਨੈਟ ਦੀ ਸਹੂਲਤ ਨਹੀਂ ਹੁੰਦੀ ਤੇ ਇਸ ਕਰਕੇ ਹਰ ਕਿਸੇ ਤੱਕ ਪਹੁੰਚ ਹੈ ਜਿਹੜੀ ਉਹ ਪੋਸੀਬਲ ਨਹੀਂ ਹੈਗੀ। ਤੇ ਜਿਹੜਾ ਹੈਗਾ ਇਲੈਕਸ਼ਨ ਕਮਿਸ਼ਨ ਨੇ ਉਹ ਗੱਲ ਹੈ ਜਿਹੜੀ ਜ਼ਰੂਰ ਮੰਨ ਲਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸਿਆਸੀ ਗੱਠਜੋੜ ਕਰਨ ਵਾਲੀ ਪਾਰਟੀ ਬਹੁਜਨ ਸਮਾਜ ਪਾਰਟੀ, ਉਸਦੇ ਪੰਜਾਬ ਪ੍ਰਧਾਨ ਜਸਬੀਰ ਸਿੰਘ ਗੜੀ, ਉਹਨਾਂ ਦੇ ਨਾਲ ਦਾ ਖਾਲਸ ਟੀਵੀ ਨੇ ਖਾਸ ਗੱਲਬਾਤ ਕੀਤੀ ਹੈ। ਪੂਰਾ ਇੰਟਰਵਿਊ ਤੁਸੀਂ ਦਾ ਖਾਲਸ ਟੀਵੀ ਤੇ ਦੇਖ ਸਕਦੇ ਹੋ। ਤੇ ਆਮ ਆਦਮੀ ਪਾਰਟੀ ਦੇ ਬਾਰੇ ਵੱਡੀ ਗੱਲ ਕਹੀ ਹੈ ਜਸਬੀਰ ਸਿੰਘ ਗੜੀ ਨੇ ਤੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਨੂੰ ਇਸ ਵਾਰੀ 7% ਵੋਟਾਂ ਵੀ ਪੰਜਾਬ ਦੇ ਵਿੱਚ ਨਹੀਂ ਮਿਲਣੀਆਂ। ਇਹਨਾਂ ਦਾ ਵੋਟ ਸ਼ੇਅਰ ਘਟਦਾ ਜਾ ਰਿਹਾ ਹੈ। ਕਹਿੰਦੇ ਮੇਰੇ ਤੋਂ ਲਿਖਵਾ ਕੇ ਲੈ ਲਓ ਕਿ ਇਹਨਾਂ ਨੂੰ 7% ਤੋਂ ਵੱਧ ਵੋਟਾਂ ਨਹੀਂ ਮਿਲਣੀਆਂ। ਕਾਂਗਰਸ ਨੂੰ ਵੀ ਚੈਲੰਜ ਕੀਤਾ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿਹੜੇ ਮੌਜੂਦਾ ਮੁੱਖ ਮੰਤਰੀ ਨੇ ਉਹਨਾਂ ਨੂੰ ਤੁਸੀਂ ਸੀਐਮ ਚਿਹਰੇ ਦਾ ਕੈਂਡੀਡੇਟ ਕਿਉਂ ਨਹੀਂ ਐਲਾਨ ਰਹੇ ਤੇ ਦਾਅਵਾ ਕੀਤਾ ਹੈ ਕਿ ਅਸੀਂ ਸਾਰੀਆਂ ਜਿਹੜੀਆਂ ਸੀਟਾਂ ਨੇ ਉਹ ਜਿੱਤਾਂਗੇ। ਕਹਿੰਦੇ ਨੇ ਕਿ ਸਾਡੀ ਅਲਾਇੰਸ ਦੀ ਸਰਕਾਰ ਬਣੇਗੀ ਤੇ ਆਪਣੀਆਂ 20 ਸੀਟਾਂ ਜਿੱਤਣ ਦਾ ਉਹਨਾਂ ਨੇ ਦਾਅਵਾ ਕੀਤਾ ਹੈ। ਦੇਖੋ, ਆਮ ਆਦਮੀ ਪਾਰਟੀ ਜਿੱਦਾਂ ਅਬਦਾਲੀ ਆਉਂਦਾ ਹੁੰਦਾ ਸੀਗਾ, 17 ਹਮਲੇ, 14 ਦਾ ਹਮਲਾ ਪੰਜਾਬ ਤੇ ਥੋੜਾ ਜਿਹਾ ਜਿੱਤ ਲਿਆ, 17 ਦਾ ਹਮਲਾ ਜਿੱਤ ਲਿਆ, 19 ਚ ਫਿਰ ਪੰਜਾਬੀਆਂ ਨੇ ਸੁਪੜਾ ਸਾਫ਼ ਕਰਤਾ। 19 ਦੇ ਵਿੱਚ ਇਹਨਾਂ ਨੂੰ 14 ਦੇ ਵਿੱਚ ਵੋਟ ਪਈ 22-24%,
ਘਟ ਕੇ 17 ਦੇ ਵਿੱਚ ਰਹਿ ਗਈ 23%, ਜੀ 19 ਚ ਘਟ ਕੇ ਰਹਿ ਗਈ 7%। ਆ ਹੁਣ ਤਾਂ 7% ਬਚਾਉਣ ਦਾ ਇਹਨਾਂ ਦਾ ਰੌਲਾ ਆ, ਇਹ ਲਿਖ ਲਿਓ ਗੱਲ ਮੇਰੀ, 7% ਮਸੀਂ ਬਚਣੀ ਆ, ਬੁਰਾ ਹਾਲ ਹੋਏ। ਪਰ ਉਹ ਤਾਂ ਦਾਅਵਾ ਕਰ ਰਹੇ ਨੇ ਕਿ ਅਸੀਂ ਸਰਕਾਰ ਬੁਰਾ ਹਾਲ ਬਣਾਵਾਂਗੇ। ਜੀ। ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰ ਤੇ ਸਾਬਕਾ ਕੇਂਦਰੀ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਮ ਆਦਮੀ ਪਾਰਟੀ ਤੇ ਇਲਜ਼ਾਮ ਲਾਇਆ ਹੈ, ਕਿਹਾ ਕਿ ਆਮ ਆਦਮੀ ਪਾਰਟੀ ਕਰੋੜਾਂ ਰੁਪਏ ਲੈ ਕੇ ਟਿਕਟਾਂ ਵੇਚ ਰਹੀ ਹੈ। ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਪੈਸੇ ਦੀ ਭੁੱਖ ਕਾਰਨ ਦਿੱਲੀ ਤੋਂ ਪੰਜਾਬ ਸਿਰਫ ਰਾਜ ਕਰਨ ਲਈ ਤੇ ਪੰਜਾਬ ਨੂੰ ਲੁੱਟਣ ਲਈ ਆਈ ਹੋਈ ਹੈ। ਜਿਹੜੇ ਲੋਕੀ ਆਪ ਦੀ ਟਿਕਟ ਖਰੀਦ ਕੇ ਬਿਕਾਊ ਮਾਲ ਜਿਹੜਾ ਆ ਕੇ ਬਣ ਜਾਊਗਾ, ਫਿਰ ਇਹ ਕੇਜਰੀਵਾਲ ਦਾ ਕੀ ਪੰਜਾਬ ਦੇ ਨਾਲ ਨਾਤਾ ਹੈ? ਮੈਂ ਨਹੀਂ ਕਹਿੰਦੀ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਹੀ ਇਕੱਲੇ ਸਭ ਤੋਂ ਵਧੀਆ ਹੈ, ਲੇਕਿਨ ਮੈਂ ਆ ਜ਼ਰੂਰ ਕਹਿੰਦੀ ਹਾਂ, ਚੰਗੀ ਹੈ ਮਾੜੀ ਹੈ ਜਿਵੇਂ ਪੰਜਾਬ ਦੀ ਤੁਹਾਡੀ ਆਪਣੀ ਹੈ, 100 ਸਾਲ ਪੁਰਾਣੀ ਪਾਰਟੀ ਹੈ। 100 ਘਾਟ ਕਮੀਆਂ ਸਾਡੇ ਵਿੱਚ ਹੈਗੀਆਂ, ਲੇਕਿਨ ਆਪਣੇ ਆਪਣੇ ਹੁੰਦੇ ਨੇ। ਬੱਚੇ ਆਪਣੇ ਮਾੜੇ ਹੋਣ ਚੰਗੇ ਹੋਣ ਆਪਣੇ ਹੀ ਹੁੰਦੇ ਨੇ। ਬੱਚਿਆਂ ਦੀ ਘਾਟ ਕਮੀਆਂ ਦੇਖ ਕੇ ਨਾਰਾਜ਼ ਹੋ ਕੇ ਕਿਤੇ ਗਵਾਂਢੀ ਨੂੰ ਨਹੀਂ ਆਪਣੀ ਜਾਇਦਾਦ ਫੜਾ ਦਿੰਦੇ, ਆਪਦੇ ਬੱਚਿਆਂ ਨੂੰ ਸਮਝਾਉਂਦੇ ਆ ਤਾਂ ਸੰਭਾਲਦੇ ਆ। ਤੇ ਮੈਂ ਆਹੀ ਬੇਨਤੀ ਕਰਾਂਗੀ ਕਿ ਆ ਅਗਲੀ ਚੋਣ ਬਹੁਤ ਵੱਡੀ ਚੁਣੌਤੀ ਪੰਜਾਬ ਵਾਸੀਆਂ ਵਾਸਤੇ। 5 ਸਾਲ ਅਸੀਂ ਗਵਾ ਬੈਠੇ। ਉਧਰ ਕਿਸਾਨ ਜਥੇਬੰਦੀਆਂ ਨੇ ਵੀ ਪੂਰੀ ਤਿਆਰੀ ਜਿਹੜੀ ਵਿੱਢ ਰੱਖੀ ਹੈ। ਸੰਯੁਕਤ ਸਮਾਜ ਮੋਰਚਾ 16 ਜਨਵਰੀ ਨੂੰ ਲਿਸਟ ਦਾ ਐਲਾਨ ਕਰੇਗਾ, ਉਮੀਦਵਾਰਾਂ ਦੀ ਸੂਚੀ ਐਲਾਨ ਦਿੱਤੀ ਜਾਏਗੀ। ਸੰਯੁਕਤ ਸਮਾਜ ਮੋਰਚੇ ਦੇ ਜਿਹੜੇ ਸੀਨੀਅਰ ਲੀਡਰ ਬਲਵੀਰ ਸਿੰਘ ਰਾਜੇਵਾਲ ਨੇ ਭਾਵੇਂ 2-3 ਦਿਨ ਪਹਿਲਾਂ 10 ਜਣਿਆਂ ਦੀ ਸੂਚੀ ਦਾ ਐਲਾਨ ਕਰ ਦਿੱਤਾ ਸੀ, ਪਰ ਉਸ ਤੋਂ ਬਾਅਦ ਫਿਰ ਜਦੋਂ ਕਿਰਕਰੀ ਹੋਈ ਕਿ 14 ਜਨਵਰੀ ਤੱਕ ਤਾਂ ਤੁਸੀਂ ਨਾਮ ਮੰਗੇ ਸੀ, ਤਾਂ ਫਿਰ ਸੰਯੁਕਤ ਕਿਸਾਨ ਮੋਰਚੇ ਨੇ ਪ੍ਰੈਸ ਕਾਨਫਰੰਸ ਕਰਕੇ ਐਲਾਨ ਕੀਤਾ ਕਿ 14 ਜਨਵਰੀ ਆਖਰੀ ਤਰੀਕ ਸੀ ਅਰਜ਼ੀਆਂ ਦੇਣ ਦੀ, ਤੇ ਸਾਨੂੰ ਬਹੁਤ ਸਾਰੀਆਂ ਅਰਜ਼ੀਆਂ ਆਖਰੀ ਦਿਨ ਹੀ ਮਿਲੀਆਂ ਨੇ। ਵਿਚਾਰ ਕਰਨ 'ਚ ਥੋੜਾ ਟਾਈਮ ਲੱਗੂਗਾ ਤੇ ਹੁਣ 16 ਜਨਵਰੀ ਨੂੰ ਇਹ ਲਿਸਟ ਦਾ ਐਲਾਨ ਕਰਨਗੇ। ਸ਼੍ਰੀ ਚਮਕੌਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਚਰਨਜੀਤ ਸਿੰਘ ਨੇ ਕਾਂਗਰਸ ਦੇ ਉਮੀਦਵਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਚੋਣ ਜ਼ਾਬਤੇ ਦੀ ਉਲੰਘਣਾ ਦਾ ਇਲਜ਼ਾਮ ਲਾਇਆ। ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਓਮੀਕਰੋਨ ਵੇਰੀਐਂਟ ਦੇ ਚੱਲਦਿਆਂ ਰੈਲੀਆਂ ਇਕੱਠਾਂ ਤੇ ਰੋਕ ਲਾਈ ਗਈ ਹੈ, ਪਰ ਮੁੱਖ ਮੰਤਰੀ ਚੰਨੀ ਨੇ ਸੈਂਕੜੇ ਲੋਕਾਂ ਨੂੰ ਆਪਣੇ ਘਰ ਬੁਲਾ ਕੇ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ। ਬਾਵਜੂਦ ਇਸ ਦੇ ਚੋਣ ਕਮਿਸ਼ਨ ਨੇ ਚੰਨੀ ਤੇ ਕੋਈ ਕਾਰਵਾਈ ਨਹੀਂ ਕੀਤੀ। ਦਾਅਵਾ ਕੀਤਾ ਕਿ ਸਾਡੀ ਪਾਰਟੀ ਦੇ ਸਿਰਫ 5-5 ਬੰਦੇ ਹੀ ਚੋਣ ਪ੍ਰਚਾਰ ਕਰਦੇ ਨੇ ਤੇ ਚੋਣ ਕਮਿਸ਼ਨ ਨੂੰ ਜਿਹੜਾ ਹੈਗਾ ਨਿਰਪੱਖ ਕਾਰਵਾਈ ਹੈ ਉਹ ਕਰਨੀ ਚਾਹੀਦੀ ਹੈ। ਕਾਂਗਰਸ ਪਾਰਟੀ ਛੱਡਣ ਵਾਲੇ ਪੰਜਾਬ ਦੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਨੇ। 50 ਸਾਲ ਪੁਰਾਣਾ ਕਾਂਗਰਸ ਦੇ ਨਾਲ ਰਿਸ਼ਤਾ ਨਾਤਾ ਤੋੜ ਕੇ ਉਹ ਆਮ ਆਦਮੀ ਪਾਰਟੀ ਦੇ ਜਿਹੜੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਡਾ ਉਹਨਾਂ ਦੀ ਮੌਜੂਦਗੀ ਦੇ ਵਿੱਚ ਪਾਰਟੀ ਵਿੱਚ ਸ਼ਾਮਿਲ ਹੋ ਗਏ ਨੇ। ਪੰਜਾਬ ਦੇ ਵਿੱਚ ਕਈ ਦਹਾਕੇ ਪਹਿਲਾਂ ਤੋਂ ਲੈ ਕੇ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਮੋਢੇ ਤੇ ਸਿਰ ਰੱਖ ਕੇ ਹੀ ਬੀਜੇਪੀ ਹੈ ਜਿਹੜੀ ਉਹ ਸੱਤਾ ਦਾ ਆਨੰਦ ਮਾਣਦੀ ਰਹੀ ਹੈ ਪੰਜਾਬ ਦੇ ਵਿੱਚ। ਪਰ ਇਸ ਵਾਰੀ ਪੰਜਾਬ ਦੀਆਂ ਕੁੱਲ 117 ਸੀਟਾਂ ਤੇ ਪਹਿਲੀ ਵਾਰੀ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਇੱਕ ਦੂਸਰੇ ਦੇ ਆਮੋ ਸਾਹਮਣੇ ਹੋ ਕੇ ਚੋਣ ਲੜ ਰਹੀਆਂ ਨੇ। ਬੀਜੇਪੀ ਦੇ ਸੀਨੀਅਰ ਲੀਡਰ ਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੀਜੇਪੀ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹਲਕੇ ਅਤੇ ਬਾਦਲ ਪਰਿਵਾਰ ਦੇ ਗੜ ਮੰਨੇ ਜਾਂਦੇ ਹਲਕਾ ਲੰਬੀ ਤੋਂ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਨਾਲ ਰਿਸ਼ਤਾ ਨਾਤਾ ਤੋੜਨ ਤੋਂ ਬਾਅਦ ਇਸ ਵਾਰੀ ਬੀਜੇਪੀ ਹੈ ਜਿਹੜੀ ਉਹ ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਪਾਰਟੀ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਸੰਯੁਕਤ ਜਿਹੜੇ ਅਕਾਲੀ ਦਲ ਹੈ ਉਸ ਦੇ ਨਾਲ ਮਿਲ ਕੇ ਚੋਣਾਂ ਲੜ ਰਹੀ ਹੈ। ਵਰਚੁਅਲ ਰੈਲੀਆਂ 16 ਜਨਵਰੀ ਨੂੰ ਕੀਤੀਆਂ ਜਾਣਗੀਆਂ। ਅਮਿਤ ਸ਼ਾਹ ਬੀਜੇਪੀ ਦੇ 3 ਮੰਡਲਾਂ ਦੇ ਵਿੱਚ ਰੈਲੀਆਂ ਕਰਨਗੇ ਤੇ ਵਰਚੁਅਲ ਰੈਲੀ ਦੀਆਂ ਤਿਆਰੀਆਂ ਬੀਜੇਪੀ ਦੇ ਵੱਲੋਂ ਕਰ ਲਈਆਂ ਗਈਆਂ ਨੇ। ਤੇ ਇਸ ਵਾਰੀ ਰਾਸ਼ਟਰੀ ਸਵੈਮ ਸੇਵਕ ਸੰਘ ਯਾਨੀ ਕਿ RSS ਦੀ ਇਕਾਈ ਮੁਸਲਿਮ ਰਾਸ਼ਟਰੀ ਮੰਚ ਨੇ 5 ਸੂਬਿਆਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਮੁਸਲਿਮ ਭਾਈਚਾਰੇ ਨੂੰ ਬੀਜੇਪੀ ਨੂੰ ਵੋਟ ਦੇਣ ਦੀ ਅਪੀਲ ਕੀਤੀ ਹੈ। ਮੁਸਲਿਮ ਰਾਸ਼ਟਰੀ ਮੰਚ ਨੇ ਕਿਹਾ ਹੈ ਕਿ ਬੀਜੇਪੀ ਸਰਕਾਰ ਦੇ ਵਿੱਚ ਮੁਸਲਮਾਨ ਸਭ ਤੋਂ ਵੱਧ ਸੁਰੱਖਿਅਤ ਤੇ ਖੁਸ਼ ਨੇ, ਜਦਕਿ ਸਪਾ ਤੇ ਕਾਂਗਰਸ ਦੇ ਵਿੱਚ ਉਹਨਾਂ ਨੂੰ ਸਿਰਫ ਵੋਟ ਬੈਂਕ ਦੇ ਰੂਪ 'ਚ ਹੀ ਦੇਖਿਆ ਜਾਂਦਾ ਹੈ। ਸੋ RSS ਦੀ ਜਿਹੜੀ ਇਕਾਈ ਹੈ ਉਸ ਨੇ 5 ਸੂਬਿਆਂ ਦੇ ਵਿੱਚ ਜਿਹੜੇ ਮੁਸਲਮਾਨ ਰਹਿੰਦੇ ਨੇ, ਪੰਜਾਬ ਸਮੇਤ 5 ਸੂਬਿਆਂ ਦੇ ਵਿੱਚ ਉਹਨਾਂ ਨੂੰ ਬੀਜੇਪੀ ਨੂੰ ਵੋਟ ਦੇਣ ਦੀ ਅਪੀਲ ਕੀਤੀ ਹੈ। ਤੇ ਉਹਨਾਂ ਦਾ ਜਿਹੜਾ ਇਹ ਦਾਅਵਾ ਹੈ ਕਿ ਬੀਜੇਪੀ ਦੇ ਰਾਜ ਵਿੱਚ ਮੁਸਲਮਾਨ ਸਭ ਤੋਂ ਵੱਧ ਸੁਰੱਖਿਅਤ ਨੇ ਭਾਰਤ ਵਿੱਚ, ਇਹ ਦਾਅਵਾ ਕਿੰਨਾ ਕੁ ਸੱਚ ਹੈ ਤੇ ਕਿੰਨਾ ਕੁ ਹਵਾ ਦੇ ਵਿੱਚ ਹੈ ਇਹ ਹੁਣ ਤੁਸੀਂ ਖੁਦ ਨਿਰਣਾ ਕਰ ਸਕਦੇ ਹੋ। ਦਹਾਕਿਆਂ ਤੋਂ ਜੇਲ੍ਹ ਦੇ ਵਿੱਚ ਬੰਦ ਸਿੱਖ ਸਿਆਸੀ ਕੈਦੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀਆਂ ਸੰਭਾਵਨਾਵਾਂ ਨੂੰ ਉਦੋਂ 60 ਵੱਜੀ ਜਦੋਂ ਇਹ ਗੱਲ ਸਾਹਮਣੇ ਆ ਗਈ ਹੈ ਕਿ ਦਿੱਲੀ ਸਰਕਾਰ ਅਰਵਿੰਦ ਕੇਜਰੀਵਾਲ ਦੀ ਸਰਕਾਰ ਦੇ ਸਜ਼ਾ ਸਮੀਖਿਆ ਬੋਰਡ ਦੇ ਵੱਲੋਂ ਦਸੰਬਰ 2020 ਦੇ ਵਿੱਚ ਹੀ ਇਸ ਪਟੀਸ਼ਨ ਨੂੰ ਰੱਦ ਕੀਤਾ ਜਾ ਚੁੱਕਿਆ ਹੈ।
ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਆਪਣੀ ਬਣਦੀ ਸਜ਼ਾ ਪੂਰੀ ਕਰ ਚੁੱਕੇ ਨੇ, ਉਸ ਤੋਂ ਵੱਧ ਹੁਣ ਭੁਗਤ ਰਹੇ ਨੇ। ਕੇਂਦਰ ਸਰਕਾਰ ਦੇ ਵੱਲੋਂ ਤੇ ਅੰਮ੍ਰਿਤਸਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਰਿਹਾਈ ਲਈ ਰਾਹ ਪੱਧਰਾ ਹੋਣ ਦੇ ਬਾਵਜੂਦ ਵੀ ਦਿੱਲੀ ਪ੍ਰਸ਼ਾਸਨ ਨੇ ਅੜਿੱਕਾ ਪਾ ਕੇ ਰਿਹਾਈ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ ਦਸੰਬਰ 2020 ਦੇ ਵਿੱਚ, ਤੇ ਖੁਲਾਸਾ ਹੁਣ ਹੋਇਆ ਹੈ। ਤੇ ਖੁਲਾਸਾ ਹੋਣ ਤੋਂ ਬਾਅਦ ਜ਼ਿਆਦਾਤਰ ਸਿੱਖ ਭਾਈਚਾਰੇ ਦਾ ਰੋਹ ਹੈ ਜਿਹੜਾ ਅਰਵਿੰਦ ਕੇਜਰੀਵਾਲ ਸਰਕਾਰ ਦੇ ਲਈ ਭੜਕ ਉੱਠਿਆ ਹੈ। ਕਈ ਸਿੱਖ ਨੌਜਵਾਨਾਂ ਦੇ ਵੱਲੋਂ ਪੰਜਾਬ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਪਾਰਟੀ ਦੇ ਬਾਈਕਾਟ ਦੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਨੇ, ਤੇ ਇਹ ਜਿਹੜੀ ਚਿੱਠੀ ਨਸ਼ਰ ਹੋਈ ਹੈ ਖੁਲਾਸੇ ਵਾਲੀ ਕਿ ਰਿਹਾਈ ਜਿਹੜੀ ਹੈ ਉਹ ਰੱਦ ਕਰ ਦਿੱਤੀ ਗਈ ਹੈ, ਉਸ ਨੂੰ ਵੀ ਸੋਸ਼ਲ ਮੀਡੀਆ ਤੇ ਵੱਡੇ ਪੱਧਰ ਤੇ ਪ੍ਰਚਾਰਿਆ ਜਾ ਰਿਹਾ ਹੈ। ਤੇ ਜਿਹੜੇ ਕਈ ਸਿੱਖ ਨੌਜਵਾਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਹਰ ਘਰ ਦੇ ਵਿੱਚ, ਪੰਜਾਬ ਦੇ ਹਰ ਘਰ ਦੇ ਵਿੱਚ ਚਿੱਠੀ ਹੈ ਜਿਹੜੀ ਉਹ ਵੰਡੀ ਜਾਊਗੀ, ਪੂਰੇ ਪੰਜਾਬ ਦੇ ਵਿੱਚ ਚਿੱਠੀ ਨੂੰ ਚਿਪਕਾਇਆ ਜਾਵੇਗਾ। ਤੇ ਨਾਲ ਹੀ ਉਹ ਚਿੱਠੀ ਵੀ ਨਿਕਲ ਆਈ ਹੈ ਜਿਸ ਦੇ ਵਿੱਚ ਕੇਂਦਰ ਸਰਕਾਰ ਨੇ ਦਿੱਲੀ ਸਰਕਾਰ ਨੂੰ ਰਿਕਮੈਂਡੇਸ਼ਨ ਭੇਜੀ ਸੀ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਉੱਤੇ ਤੁਸੀਂ ਫੈਸਲਾ ਲਵੋ। 3 ਸਾਲਾਂ ਤੋਂ ਕੇਂਦਰ ਸਰਕਾਰ ਦੇ ਵੱਲੋਂ ਫੌਜ ਦੀ ਪ੍ਰੀਖਿਆ ਨਾ ਹੋਣ ਤੋਂ ਅੱਕੇ ਪਰੇਸ਼ਾਨ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਨੌਜਵਾਨਾਂ ਨੇ ਆਰਮੀ ਦੇ ਸਾਬਕਾ ਹੌਲਦਾਰ ਕੁਲਦੀਪ ਸਿੰਘ ਰੇਤਗੜ੍ਹ ਦੀ ਅਗਵਾਈ ਦੇ ਵਿੱਚ ਬਠਿੰਡਾ ਚੰਡੀਗੜ੍ਹ ਕੌਮੀ ਸ਼ਾਹਰਾਹ ਜਾਮ ਕਰਕੇ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਜ਼ਰੂਰ ਕਰਨਾ ਪਿਆ, ਪਰ ਇਹ ਕਹਿੰਦੇ ਨੇ ਕਿ ਅਸੀਂ ਜਿਹੜਾ 3 ਸਾਲ ਤੋਂ ਸੰਤਾਪ ਭੋਗ ਰਹੇ ਹਾਂ ਉਹ ਕਿਹਦੇ ਲੇਖੇ। ਤੇ ਜਾਮ ਲੱਗਣ ਕਾਰਨ ਇੱਥੇ ਸੜਕਾਂ ਤੇ ਵੱਡੀਆਂ ਜਿਹੜੀਆਂ ਲਾਈਨਾਂ ਨੇ ਉਹ ਵਾਹਨਾਂ ਦੀਆਂ ਲੱਗ ਗਈਆਂ ਸੀ, ਤੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਸਾਡਾ ਮਸਲਾ ਹੱਲ ਨਹੀਂ ਕੀਤਾ ਜਾਂਦਾ ਉਦੋਂ ਤੱਕ ਇਹ ਪ੍ਰਦਰਸ਼ਨ ਚੱਲਦਾ ਰਹੇਗਾ। ਭਾਰਤ ਦੇ ਵਿੱਚ ਗਣਤੰਤਰ ਦਿਹਾੜੇ ਨੂੰ ਲੈ ਕੇ ਹਰ ਸਾਲ ਪ੍ਰੋਗਰਾਮ ਨੇ ਜਿਹੜੇ ਉਹ 24 ਦੀ ਬਜਾਏ ਹੁਣ 23 ਜਨਵਰੀ ਨੂੰ ਸ਼ੁਰੂ ਹੋ ਜਾਇਆ ਕਰਨਗੇ ਤਾਂ ਜੋ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਜਨਮ ਦਿਨ ਨੂੰ ਸ਼ਾਮਿਲ ਕੀਤਾ ਜਾ ਸਕੇ। 14 ਅਗਸਤ ਨੂੰ ਵੰਡ ਯਾਦ ਦਿਵਸ ਮਨਾਇਆ ਜਾਵੇਗਾ। 31 ਅਕਤੂਬਰ ਨੂੰ ਰਾਸ਼ਟਰੀ ਏਕਤਾ ਦਿਵਸ ਜਿਹੜਾ ਕਿ ਸਰਦਾਰ ਵੱਲਭ ਭਾਈ ਪਟੇਲ ਦਾ ਜਨਮ ਦਿਨ ਹੁੰਦਾ ਹੈ। 15 ਨਵੰਬਰ ਨੂੰ ਆदिवासी ਦਿਵਸ ਬਿਰਸਾ ਮੁੰਡਾ ਜਯੰਤੀ, 26 ਨਵੰਬਰ ਨੂੰ ਸੰਵਿਧਾਨ ਦਿਵਸ ਸ਼ਾਮਿਲ ਨੇ ਤੇ 26 ਨਵੰਬਰ ਨੂੰ ਵੀਰ ਬਾਲ ਦਿਵਸ ਦੇ ਵਜੋਂ ਵੀ ਐਲਾਨਿਆ ਗਿਆ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਯਾਦ ਵਿੱਚ ਇਹ ਦਿਵਸ ਐਲਾਨਿਆ ਗਿਆ। ਹਾਲਾਂਕਿ ਸਿੱਖਾਂ ਨੂੰ ਵੱਡੀ ਗਿਣਤੀ ਵਿੱਚ ਇਹ ਪ੍ਰਵਾਨ ਨਹੀਂ ਹੈ। SGPC ਸਮੇਤ ਸ਼੍ਰੀ ਅਕਾਲ ਤਖਤ ਸਾਹਿਬ ਨੇ ਵੀ ਕੇਂਦਰ ਸਰਕਾਰ ਨੂੰ ਸੁਨੇਹਾ ਭੇਜਿਆ ਕਿ ਇਹਦਾ ਨਾਮ ਹੈ ਜਿਹੜਾ ਉਹ ਬਦਲ ਦਿੱਤਾ ਜਾਵੇ, ਸਾਡੇ ਨਾਲ ਸਲਾਹ ਕੀਤੀ ਜਾਵੇ। ਇਸ ਵਾਰੀ ਕੋਵਿਡ ਦੇ ਮੱਦੇ ਨਜ਼ਰ 26 ਜਨਵਰੀ ਨੂੰ ਗਣਤੰਤਰ ਦਿਵਸ ਦੀ ਪਰੇਡ ਵਿੱਚ 24,000 ਲੋਕਾਂ ਨੂੰ ਸ਼ਾਮਿਲ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ, ਜਿਹੜਾ ਕਿ ਪਹਿਲਾਂ 2020 ਦੇ ਵਿੱਚ 1,25,000 ਲੋਕਾਂ ਨੂੰ ਪਰੇਡ ਦੇ ਵਿੱਚ ਹਾਜ਼ਰ ਹੋਣ ਦੀ ਇਜਾਜ਼ਤ ਦਿੱਤੀ ਜਾਂਦੀ ਹੁੰਦੀ ਸੀ, ਪਰ ਕੋਵਿਡ ਕਰਕੇ 24,000 ਲੋਕ ਹੀ ਸ਼ਾਮਿਲ ਹੋ ਸਕਣਗੇ। ਤੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਕਿਸੇ ਵਿਦੇਸ਼ੀ ਮਹਿਮਾਨ ਨੂੰ ਇਸ ਪਰੇਡ ਦੇ ਵਿੱਚ ਸ਼ਾਮਿਲ ਹੋਣ ਦਾ ਸੱਦਾ ਨਹੀਂ ਦਿੱਤਾ ਜਾਏਗਾ। WHO ਨੇ ਸ਼ੁੱਕਰਵਾਰ ਨੂੰ ਕੋਵਿਡ ਦੇ ਲਈ 2 ਨਵੀਆਂ ਦਵਾਈਆਂ ਦੀ ਸਿਫਾਰਿਸ਼ ਵੀ ਕਰ ਦਿੱਤੀ ਹੈ। ਇਹ ਦਵਾਈਆਂ ਕਿਸ ਹੱਦ ਤੱਕ ਜਾਨ ਬਚਾ ਸਕਦੀਆਂ ਨੇ ਇਹ ਤਾਂ ਕੁਝ ਨਹੀਂ ਕਿਹਾ ਜਾ ਸਕਦਾ, ਪਰ ਪਹਿਲੀ ਦਵਾਈ ਬੈਰੀਸਿਟਨਿਬ ਹੈ ਜੋ ਕਿ ਗੰਭੀਰ ਕੋਵਿਡ ਵਾਲੇ ਮਰੀਜ਼ਾਂ ਦੇ ਲਈ ਇਸਤੇਮਾਲ ਕੀਤੀ ਜਾ ਸਕਦੀ ਹੈ। ਦੂਸਰੀ ਦਵਾਈ ਜਿਹੜੀ ਦੱਸੀ ਗਈ ਹੈ ਉਹ ਹੈ ਸੋਟਰੋਵਿਮੈਬ। WHO ਦੇ ਮੁਤਾਬਿਕ ਹਲਕੇ ਜਾਂ ਦਰਮਿਆਨੇ ਲੱਛਣਾਂ ਵਾਲੇ ਮਰੀਜ਼ ਜਿਹੜੇ ਕਿ ਹਸਪਤਾਲ ਦੇ ਵਿੱਚ ਦਾਖਲ ਹੋਣ ਦੀ ਉੱਚ ਜੋਖਮ ਸਥਿਤੀ ਦੇ ਵਿੱਚ ਹੋਣ, ਉਹਨਾਂ ਦੇ ਲਈ ਇਸ ਦਵਾਈ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ, ਪਰ ਅਸੀਂ ਤੁਹਾਨੂੰ ਜ਼ਰੂਰ ਅਪੀਲ ਕਰਾਂਗੇ ਕਿ ਡਾਕਟਰ ਦੀ ਸਲਾਹ ਤੋਂ ਬਿਨਾਂ ਇਹ ਦਵਾਈਆਂ ਨਾ ਲਈਆਂ ਜਾਣ। ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ 15 ਤੋਂ 18 ਸਾਲ ਦੇ ਬੱਚਿਆਂ ਨੂੰ ਟੀਕਾਕਰਨ ਤੋਂ ਬਾਅਦ ਹੀ ਸਕੂਲ ਵਿੱਚ ਐਂਟਰੀ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਜਦੋਂ ਮੁੜ ਸਕੂਲ ਖੁੱਲਣਗੇ, ਹਾਲੇ ਤਾਂ ਬੰਦ ਨੇ, ਤਾਂ ਉਦੋਂ 15 ਤੋਂ 18 ਸਾਲ ਦੇ ਬੱਚਿਆਂ ਦੇ ਟੀਕਾ ਲੱਗਿਆ ਹੋਣਾ ਚਾਹੀਦਾ ਹੈ। ਇਹ ਫਰਮਾਨ ਜਾਰੀ ਕਰ ਦਿੱਤਾ ਗਿਆ ਤੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਬੱਚਿਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ। ਭਾਰਤ ਦੇ ਸੜਕੀ ਆਵਾਜਾਈ ਮੰਤਰਾਲੇ ਨੇ ਇਸ ਸਾਲ ਅਕਤੂਬਰ ਤੋਂ 8 ਸੀਟਾਂ ਵਾਲੀਆਂ ਸਾਰੀਆਂ ਕਾਰਾਂ ਦੇ ਵਿੱਚ 6 에ਅਰਬੈਗ ਲਾਜ਼ਮੀ ਲਾਉਣ ਦਾ ਪ੍ਰਸਤਾਵ ਦਿੱਤਾ ਹੈ। ਇਸ ਸਾਲ ਅਕਤੂਬਰ ਤੋਂ ਯਾਨੀ ਕਿ ਅਕਤੂਬਰ 2022 ਤੋਂ 8 ਸੀਟਰ ਕਾਰਾਂ ਦੇ ਵਿੱਚ 6 에ਅਰਬੈਗ ਲਾਜ਼ਮੀ ਹੋਣਗੇ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਦੱਸਿਆ ਹੈ ਕਿ ਅੱਗੇ ਅਤੇ ਪਿਛਲੇ ਦੋਨੇ ਕੰਪਾਰਟਮੈਂਟਾਂ ਦੇ ਵਿੱਚ ਬੈਠੇ ਯਾਤਰੀਆਂ ਦੇ ਲਈ ਅੱਗੇ ਤੇ ਪਾਸੇ ਦੀ ਟੱਕਰ ਦੇ ਪ੍ਰਭਾਵ ਨੂੰ ਘੱਟ ਕਰਨ ਦੇ ਲਈ ਫੈਸਲਾ ਕੀਤਾ ਗਿਆ ਹੈ ਕਿ M1 ਦੇ ਦੀਵਾਨ ਸ਼੍ਰੇਣੀ ਵਿੱਚ 4 ਵਾਧੂ 에ਅਰਬੈਗ ਲਾਜ਼ਮੀ ਕੀਤੇ ਜਾਣ। 2 ਸਾਈਡ ਟੋਰਸੋ 에ਅਰਬੈਗਸ ਤੇ 2 ਸਾਈਡ ਕਰਟਨ ਟਿਊਬ 에ਅਰਬੈਗ ਜਿਹੜੇ ਕਿ ਸਾਰੇ ਆਊਟਬੋਰਡ ਯਾਤਰੀਆਂ ਨੂੰ ਸੁਰੱਖਿਆ ਦਿੰਦੇ ਨੇ ਤੇ ਜ਼ਰੂਰੀ ਹੈ। ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਨੇ ਆਪਣੇ ਵੱਖ-ਵੱਖ ਮਾਡਲਾਂ ਦੀਆਂ ਕਾਰਾਂ ਦੇ ਵਿੱਚ 4.3% ਤੱਕ ਦਾ ਵਾਧਾ ਕਰ ਦਿੱਤਾ ਹੈ। ਕੰਪਨੀ ਨੇ ਕਿਹਾ ਉਤਪਾਦਨ ਲਾਗਤ ਵਿੱਚ ਵਾਧੇ ਦੇ ਬੋਝ ਨੂੰ ਘੱਟ ਕਰਨ ਦੇ ਲਈ ਅਸੀਂ ਇਹ ਕਦਮ ਚੁੱਕਿਆ ਹੈ। ਕੰਪਨੀ ਨੇ ਆਪਣੇ ਵੱਖ-ਵੱਖ ਮਾਡਲ ਦੀਆਂ ਜਿਹੜੀਆਂ ਕਾਰਾਂ ਨੇ, ਜਿਹੜੇ ਵਾਹਨ ਨੇ, ਉਹਨਾਂ ਦੀਆਂ ਕੀਮਤਾਂ ਵਿੱਚ 0.1% ਤੋਂ
ਤੋਂ ਲੈ ਕੇ 4.3% ਤੱਕ ਦਾ ਵਾਧਾ ਕਰ ਦਿੱਤਾ ਹੈ। 8 ਦਸੰਬਰ 2021 ਦੇ ਵਿੱਚ ਤਾਮਿਲਨਾਡੂ ਦੇ ਵਿੱਚ ਵਾਪਰੇ ਜਹਾਜ਼ ਹਾਦਸੇ ਦੇ ਵਿੱਚ ਭਾਰਤੀ ਹਵਾਈ ਫੌਜ ਨੇ ਵੱਡਾ ਦਾਅਵਾ ਕੀਤਾ ਹੈ। ਫੌਜ ਨੇ ਕਿਹਾ ਕਿ ਜਿਸ ਹੈਲੀਕਾਪਟਰ ਹਾਦਸੇ ਦੇ ਵਿੱਚ ਜਨਰਲ ਬਿਪਿਨ ਰਾਵਤ ਦੀ ਮੌਤ ਹੋ ਗਈ ਸੀ ਉਸ ਵਿੱਚ ਕੋਈ ਸਾਜ਼ਿਸ਼ ਜਾਂ ਲਾਪਰਵਾਹੀ ਨਹੀਂ ਸੀ। ਭਾਰਤੀ ਹਵਾਈ ਫੌਜ ਨੇ ਕਿਹਾ ਕਿ ਟਰਾਈ ਸਰਵਿਸਿਜ਼ ਕੋਰਟ ਆਫ ਇਨਕੁਆਇਰੀ ਅਨੁਸਾਰ ਇਹ ਹਾਦਸਾ ਕਿਸੇ ਮਸ਼ੀਨੀ ਖਰਾਬੀ, ਸਾਜ਼ਿਸ਼ ਜਾਂ ਲਾਪਰਵਾਹੀ ਕਾਰਨ ਨਹੀਂ ਵਾਪਰਿਆ। ਉਹਨਾਂ ਕਿਹਾ ਕਿ ਘਾਟੀ ਵਿੱਚ ਅਚਾਨਕ ਹੋਏ ਮੌਸਮੀ ਬਦਲਾਅ ਦੇ ਕਾਰਨ ਹੈਲੀਕਾਪਟਰ ਬੱਦਲਾਂ ਦੇ ਵਿੱਚ ਵੜ ਗਿਆ ਸੀ, ਜਿਸ ਨਾਲ ਪਾਇਲਟ ਭਟਕ ਗਿਆ ਤੇ ਹਾਦਸਾ ਵਾਪਰ ਗਿਆ। ਆਪਣੇ ਨਤੀਜਿਆਂ ਦੇ ਆਧਾਰ ਦੇ ਉੱਤੇ ਕੋਰਟ ਆਫ ਇਨਕੁਆਇਰੀ ਨੇ ਕੁਝ ਸਿਫਾਰਿਸ਼ਾਂ ਕੀਤੀਆਂ ਨੇ, ਜਿਨ੍ਹਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ। ਭਾਰਤੀ ਹਵਾਈ ਫੌਜ ਦੇ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਜਾਂਚ ਟੀਮ ਨੇ ਫਲਾਈਟ ਡੇਟਾ ਰਿਕਾਰਡਰ ਅਤੇ ਕਾਕਪਿਟ ਵੌਇਸ ਰਿਕਾਰਡਰ ਦਾ ਵਿਸ਼ਲੇਸ਼ਣ ਕਰਨ ਦੇ ਨਾਲ-ਨਾਲ ਚਸ਼ਮਦੀਦਾਂ ਤੋਂ ਵੀ ਪੁੱਛ ਪੜਤਾਲ ਕੀਤੀ ਹੈ। ਲੰਘੀ 8 ਦਸੰਬਰ 2021 ਨੂੰ ਹਾਦਸਾ ਵਾਪਰਿਆ ਸੀ, ਜਿਸ ਦੇ ਵਿੱਚ ਜਨਰਲ ਵਿਪਿਨ ਰਾਵਤ, ਉਹਨਾਂ ਦੀ ਪਤਨੀ ਸਮੇਤ 13 ਲੋਕਾਂ ਦੀ ਮੌਤ ਹੋ ਗਈ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੂਰੀ ਦੁਨੀਆ ਨੂੰ ਚੇਤਾਵਨੀ ਦਿੱਤੀ ਹੈ, ਜਿੱਥੇ ਵੀ ਗੁਰਬਾਣੀ ਦਾ ਨਿਰਾਦਰ ਹੁੰਦਾ ਹੈ ਬਰਦਾਸ਼ਤ ਨਹੀਂ ਕੀਤਾ ਜਾਏਗਾ। ਮਾਮਲਾ ਰਾਜਸਥਾਨ ਤੋਂ ਸਾਹਮਣੇ ਆਇਆ ਸੀ। ਗੰਗਾਨਗਰ ਦੇ ਨਾਲ ਸੰਬੰਧ ਰੱਖਦੇ ਸਵਾਮੀ ਬ੍ਰਹਮਦੇਵ ਨਾਮ ਦੇ ਇੱਕ ਵਿਅਕਤੀ ਨੇ ਸੋਸ਼ਲ ਮੀਡੀਆ ਤੇ ਗੁਰਬਾਣੀ ਦੀਆਂ ਪਾਵਨ ਤੁਕਾਂ ਦੇ ਨਾਲ ਛੇੜਛਾੜ ਕਰਦਿਆਂ ਕੁਝ ਸ਼ਬਦ ਬਦਲਣ ਅਤੇ ਗੁਰੂ ਸਾਹਿਬ ਦੀ ਥਾਂ ਆਪਣਾ ਨਾਮ ਵਰਤਣ ਦੀ ਜਿਹੜੀ ਹਰਕਤ ਹੈ ਉਹ ਕੀਤੀ ਸੀ। ਉਸ ਤੋਂ ਬਾਅਦ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖਤ ਨਿੰਦਿਆ ਕਰਦਿਆਂ ਇਸ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਕਿਹਾ ਕਿ ਗੁਰਬਾਣੀ ਦਾ ਨਿਰਾਦਰ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਤੇ ਨਾ ਹੀ ਕਿਸੇ ਦੇ ਕੋਲ ਕਿਸੇ ਨੂੰ ਗੁਰਬਾਣੀ ਨਾਲ ਛੇੜਛਾੜ ਕਰਨ ਦਾ ਹੱਕ ਹੈ। ਜਿਹੜਾ ਸਵਾਮੀ ਬ੍ਰਹਮਦੇਵ ਆਪਣੇ ਆਪ ਨੂੰ ਕਹਾਉਂਦਾ ਬੰਦਾ, ਉਸਨੇ ਫੇਸਬੁੱਕ ਤੇ ਪੋਸਟ ਪਾ ਕੇ ਇਹ ਹਰਕਤ ਕੀਤੀ ਸੀ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਭੇਜ ਕੇ ਐਸਜੀਪੀਸੀ ਪ੍ਰਧਾਨ ਨੇ ਇਸ ਬੰਦੇ ਦੇ ਖਿਲਾਫ ਸਿੱਖ ਭਾਵਨਾਵਾਂ ਨੂੰ ਭੜਕਾਉਣ ਦਾ ਪਰਚਾ ਦਰਜ ਕਰਕੇ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਪਟਿਆਲਾ ਦੇ ਵਿੱਚ ਇੱਕ ਹਾਦਸਾ ਵਾਪਰਿਆ ਹੈ। ਠੰਡ ਦੇ ਵਿੱਚ ਇਹ ਹਾਦਸਾ ਵਾਪਰਿਆ ਹੈ। ਥਾਣਾ ਸਦਰ ਪਟਿਆਲਾ ਅਧੀਨ ਪਿੰਡ ਸੁਨਿਆਰ ਹੇੜੀ ਦੇ ਵਿੱਚ ਰਾਤ ਨੂੰ ਆਪਣੇ ਕਮਰੇ ਵਿੱਚ ਰੱਖੀ ਅੰਗੀਠੀ ਦੀ ਤਪਸ਼ ਦੇ ਵਿੱਚ ਜਦੋਂ ਦੋ ਜਣੇ ਸੌਂ ਰਹੇ ਸੀ, ਦੋਵੇਂ ਜਣੇ ਨੇਪਾਲ ਦੇ ਸੀ, ਤਾਂ ਸਵੇਰੇ ਉੱਠੇ ਹੀ ਨਹੀਂ। ਇਹਨਾਂ ਦੀ ਪਛਾਣ ਪੂਰਨ ਤੇ ਮਨੋਜ ਕੁਮਾਰ ਵਜੋਂ ਹੋਈ ਹੈ। ਅੰਗੀਠੀ ਨੇ ਮੰਨਿਆ ਜਾ ਰਿਹਾ ਹੈ ਕਿ ਦੋਵਾਂ ਜਣਿਆਂ ਦੀ ਜਾਨ ਲੈ ਲਈ ਹੈ। ਕਮਰਾ ਬਹੁਤ ਛੋਟਾ ਸੀ, ਰੋਸ਼ਨਦਾਨ ਵੀ ਨਹੀਂ ਸੀ। ਠੰਡ ਤੋਂ ਬਚਣ ਲਈ ਬਾਲੀ ਅੱਗ ਦੇ ਵਿੱਚੋਂ ਨਿਕਲੀ ਗੈਸ ਕਾਰਨ ਇਹਨਾਂ ਦੋਵਾਂ ਦੀ ਮੌਤ ਮੰਨੀ ਜਾ ਰਹੀ ਹੈ। ਪੰਜਾਬ ਚੋਣਾਂ ਦੀਆਂ ਕਈ ਅਪਡੇਟਸ ਤੁਹਾਨੂੰ ਦਿੱਤੀਆਂ ਨੇ। ਯੂਪੀ ਚੋਣਾਂ ਦੀ ਜੇ ਗੱਲ ਕਰ ਲਈਏ ਤਾਂ ਯੂਪੀ ਦੇ ਵਿੱਚ ਬੀਜੇਪੀ ਨੇ ਵੀ ਆਪਣੀ ਲਿਸਟ ਦਾ ਐਲਾਨ ਕਰ ਦਿੱਤਾ ਹੈ। यूपी ਦੇ ਮੁੱਖ ਮੰਤਰੀ योगी आदित्यनाथ गोरखपुर शहर तो ही चोण लड़नगे। उप मुख्यमंत्री केशव प्रसाद मौर्य कौशांबी जिले की सिराथू सीट तो चोण लड़नगे। पार्टी हैडकुआटर ते प्रेस कॉन्फ्रेंस करके यूपी के चोण इंचार्ज धर्मेंद्र प्रधान ने इसका ऐलान किया, जिहड़े कि केंद्रीय मंत्री भी ने। योगी फिलहाल विधान परिषद के मैंबर ने। गोरखपुर तो 5 वारी लोक सभा मैंबर रह चुके ने। पार्टी ने पहले ते दूसरे पड़ाव के तहत 113 सीटां ते होने वाली वोटिंग के मद्देनजर 105 सीटां दे उम्मीदवारां दा ऐलान भी कर दिता है। ਤੇ ਬੀਜੇਪੀ ਦੀ ਸੂਚੀ ਜਾਰੀ ਹੋਣ ਤੋਂ ਬਾਅਦ ਅਖਿਲੇਸ਼ ਯਾਦਵ ਨੇ ਸੀਐਮ ਯੋਗੀ ਤੇ ਤੰਜ ਕੱਸਿਆ। ਕਹਿੰਦੇ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਘਰ ਹੀ ਰਹਿਣਾ ਪਊਗਾ। ਘਰ ਜਾਣ ਦੀਆਂ ਬਹੁਤ-ਬਹੁਤ ਵਧਾਈਆਂ। ਯੋਗੀ ਬੀਜੇਪੀ ਦੇ ਮੈਂਬਰ ਨਹੀਂ ਹਨ, ਇਸ ਲਈ ਉਹਨਾਂ ਨੂੰ ਘਰ ਭੇਜ ਦਿੱਤਾ ਗਿਆ। ਜਿਹੜੇ ਮੁੱਖ ਮੰਤਰੀ ਨੇ ਗੋਰਖਪੁਰ 'ਚ ਮੈਟਰੋ ਨਹੀਂ ਚਲਾਈ, ਜੋ ਸੀਵਰੇਜ ਦੀ ਲਾਈਨ ਨਹੀਂ ਵਿਛਾ ਸਕਿਆ, ਜਿਹਨੇ ਬਿਜਲੀ ਮਹਿੰਗੀ ਕਰ ਦਿੱਤੀ, ਲੋਕ ਉਸ ਤੋਂ ਕੀ ਉਮੀਦ ਕਰਨਗੇ। ਬੀਜੇਪੀ ਦੇ ਨਾਲ-ਨਾਲ ਬਹੁਜਨ ਸਮਾਜ ਪਾਰਟੀ ਨੇ ਵੀ ਯੂਪੀ ਦੇ ਵਿੱਚ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ। 15 जनवरी ਨੂੰ ਕੁਮਾਰੀ ਮਾਇਆਵਤੀ ਨੇ ਆਪਣਾ ਜਨਮ ਦਿਨ ਮਨਾਇਆ ਤੇ ਜਨਮ ਦਿਨ ਮੌਕੇ ਹੀ ਉਹਨਾਂ ਨੇ ਪਾਰਟੀ ਹੈੱਡਕੁਆਟਰ ਤੋਂ ਲਿਸਟ ਜਾਰੀ ਕਰ ਦਿੱਤੀ। ਕਰਨਾਟਕਾ ਤੋਂ ਖਬਰ ਹੈ ਜਿਸ ਨੂੰ ਪੜ੍ਹ ਕੇ ਸੁਣ ਕੇ ਹੀ ਕਿਹਾ ਜਾ ਸਕਦਾ ਹੈ, ਇਹੀ ਮੂੰਹ ਦੇ ਵਿੱਚੋਂ ਨਿਕਲਦਾ ਹੈ ਕਿ ਘੋਰ ਕਲਯੁਗ ਹੈ। ਕਰਨਾਟਕ ਦੇ ਦੱਖਣ ਕੰਨੜ ਜ਼ਿਲ੍ਹੇ ਦੇ ਪੁਤੂਰ ਤਾਲੁਕ ਦੇ ਕਿਦਾਂਬੜੀ ਪਿੰਡ ਦੇ ਵਿੱਚ ਇੱਕ ਪੁੱਤ ਨੇ ਆਪਣੀ ਮਾਂ ਨੂੰ ਹੀ ਆਪਣੀ ਹਵਸ ਦਾ ਸ਼ਿਕਾਰ ਬਣਾਇਆ, ਮਾਂ ਦੇ ਨਾਲ ਬਲਾਤਕਾਰ ਕੀਤਾ। ਪੁਲਿਸ ਨੇ ਦੱਸਿਆ ਕਿ ਮਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ, ਪੁੱਤ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਤੇ ਅਜਿਹੇ ਪੁੱਤ ਨੂੰ ਸ਼ਾਇਦ ਪੁੱਤ ਕਹਾਉਣ ਦਾ ਕੋਈ ਹੱਕ ਨਹੀਂ ਹੈ। ਇਹ ਸ਼ਬਦ ਹੈ ਜਿਹੜਾ ਉਹਦੀ ਵੀ ਆਪਾਂ ਕਹਿ ਸਕਦੇ ਹਾਂ ਕਿ ਇਨਸਲਟ ਹੈ ਜੇ ਇਹੋ ਜਿਹੇ ਬੰਦੇ ਲਈ ਵਰਤਦੇ ਹਾਂ। ਪੁਲਿਸ ਮੁਤਾਬਿਕ ਮੁਲਜ਼ਮ ਨੇ ਆਪਣੀ ਮਾਂ ਦਾ ਜਿਨਸੀ ਸ਼ੋਸ਼ਣ ਕੀਤਾ ਤਾਂ ਮਾਂ ਦੀ ਹਾਲਤ ਖਰਾਬ ਹੋ ਗਈ। 58 ਸਾਲਾ ਮਾਂ ਹਸਪਤਾਲ ਦੇ ਵਿੱਚ ਦਾਖਲ ਹੈ ਤੇ ਉਸਨੇ ਹੀ ਆਪਣੇ ਪੁੱਤ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ। ਮਾਂ ਨੇ ਇਹ ਵੀ ਦੱਸਿਆ ਕਿ ਜਦੋਂ ਉਸਨੇ ਰੌਲਾ ਪਾਇਆ, ਮਾਂ ਨੇ ਰੌਲਾ ਪਾਇਆ ਤਾਂ ਮੁਲਜ਼ਮ ਨੇ ਇਹ ਵੀ ਕਿਹਾ ਕਿ ਮੈਂ ਤੇਰੇ ਜਿਹੜਾ
ਤੈਨੂੰ ਜਾਨੋਂ ਮਾਰ ਦਿਆਂਗਾ, ਜੇ ਕਿਸੇ ਨੂੰ ਦੱਸਿਆ ਤਾਂ ਮੈਂ ਤੈਨੂੰ ਜਾਨੋਂ ਖਤਮ ਕਰ ਦਿਆਂਗਾ। ਤੇ ਲਗਾਤਾਰ ਅਜਿਹੇ ਕੁਕਰਮ ਕਰਦਾ ਰਿਹਾ। ਆਖਿਰਕਾਰ ਜਾ ਕੇ ਮਾਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰ ਸਾਲ 16 ਜਨਵਰੀ ਨੂੰ ਨੈਸ਼ਨਲ ਸਟਾਰਟਅਪ ਦਿਵਸ ਦੇ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ। ਮੋਦੀ ਨੇ ਸਟਾਰਟਅਪ ਦੇ ਨਾਲ ਜੁੜੇ ਨੌਜਵਾਨਾਂ ਦੇ ਨਾਲ ਗੱਲਬਾਤ ਵੀ ਕੀਤੀ ਤੇ ਕਿਹਾ ਕਿ ਸਟਾਰਟਅਪ ਦੇਸ਼ ਦੀ ਰੀੜ੍ਹ ਦੀ ਹੱਡੀ ਹੈ। ਪਹਿਲਾਂ ਵਧੀਆ ਸਮੇਂ ਵਿੱਚ ਵੀ ਦੇਸ਼ ਵਿੱਚ 1 ਜਾਂ 2 ਹੀ ਵੱਡੀਆਂ ਕੰਪਨੀਆਂ ਬਣ ਪਾਉਂਦੀਆਂ ਸੀ, ਪਰ ਲੰਘੇ ਸਾਲ ਵਿੱਚ 42 ਕੰਪਨੀਆਂ ਬਣ ਗਈਆਂ ਨੇ ਤੇ ਸਟਾਰਟਅਪ ਹੈ ਜਿਹੜਾ ਉਹ ਨੌਜਵਾਨਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਅਮਰੀਕਾ ਤੋਂ ਖਬਰ ਹੈ, ਜਿੱਥੇ ਨਿਊਯਾਰਕ ਦੇ JFK ਕੌਮਾਂਤਰੀ ਹਵਾਈ ਅੱਡੇ ਤੇ ਭਾਰਤੀ ਮੂਲ ਦੇ ਸਿੱਖ ਟੈਕਸੀ ਡਰਾਈਵਰ ਤੇ ਹਮਲਾ ਕਰਨ, ਉਸ ਦੀ ਦਸਤਾਰ ਉਤਾਰਨ ਅਤੇ ਪਗੜੀ ਧਾਰੀ ਆਪਣੇ ਦੇਸ਼ ਵਾਪਸ ਚਲੇ ਜਾਣ ਕਹਿਣ ਦੇ ਦੋਸ਼ ਹੇਠ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ। ਯਾਨੀ ਕਿ ਸਿੱਖ ਟੈਕਸੀ ਚਾਲਕ ਦੇ ਉੱਤੇ ਨਸਲੀ ਹਮਲਾ ਕਰਨ ਵਾਲਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਪੁਲਿਸ ਨੇ ਉਸ ਤੇ ਨਸਲੀ ਨਫ਼ਰਤ ਦਾ ਦੋਸ਼ ਵੀ ਲਾਇਆ ਹੈ। ਮੁਹੰਮਦ ਹਸਨੈਨ ਨੂੰ 3 ਜਨਵਰੀ ਨੂੰ ਸਿੱਖ ਟੈਕਸੀ ਡਰਾਈਵਰ ਦੇ ਨਾਲ ਕੁੱਟਮਾਰ ਕਰਨ ਦੇ ਦੋਸ਼ ਵਿੱਚ ਵੀਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ। ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦੇਸ਼ ਦੀ ਕੌਮੀ ਸੁਰੱਖਿਆ ਨੀਤੀ ਜਾਰੀ ਕਰ ਦਿੱਤੀ ਹੈ। ਨੀਤੀ ਵਿੱਚ ਇਸ ਵਾਰੀ ਫੌਜੀ ਤਾਕਤ ਵਧਾਉਣ ਤੇ ਜ਼ੋਰ ਨਹੀਂ ਦਿੱਤਾ ਗਿਆ, ਬਲਕਿ ਪਾਕਿਸਤਾਨ ਦੀ ਆਰਥਿਕ ਤਾਕਤ ਵਧਾਉਣ ਤੇ ਜ਼ੋਰ ਦਿੱਤਾ ਗਿਆ। ਦੁਨੀਆ ਦੇ ਸਟਾਰ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਦੀ ਗੱਲ ਕਰ ਲਈਏ ਤਾਂ ਇਸ ਵਕਤ ਆਸਟ੍ਰੇਲੀਆ ਦੇ ਵਿੱਚ ਹੈ, ਪਰ ਆਸਟ੍ਰੇਲੀਆ ਦੇ ਵਿੱਚ ਨੋਵਾਕ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਆਸਟ੍ਰੇਲੀਆ ਤੋਂ ਹਵਾਲਗੀ ਸੰਬੰਧੀ ਅਦਾਲਤ ਵਿੱਚ ਸੁਣਵਾਈ ਤੋਂ ਪਹਿਲਾਂ ਨੋਵਾਕ ਨੂੰ ਦੇਸ਼ ਦੇ ਨੰਬਰ 1 ਟੈਨਿਸ ਖਿਡਾਰੀ ਨੂੰ ਹਿਰਾਸਤ ਵਿੱਚ ਲਿਆ ਗਿਆ। ਅਦਾਲਤ ਇਸ ਸੁਣਵਾਈ ਦੇ ਵਿੱਚ ਹੀ ਫੈਸਲਾ ਕਰਨ ਵਾਲੀ ਸੀ ਕਿ ਕੀ ਬਿਨਾਂ ਵੈਕਸੀਨ ਲਏ ਨੋਵਾਕ ਜੋਕੋਵਿਚ ਦੇਸ਼ ਵਿੱਚ ਰਹਿ ਸਕਦੇ ਨੇ ਜਾਂ ਫਿਰ ਨਹੀਂ। ਸਰਬੀਆ ਦੇ ਨਾਗਰਿਕ ਨੋਵਾਕ ਜੋਕੋਵਿਚ ਦਾ ਦੂਸਰੀ ਵਾਰੀ ਵੀਜ਼ਾ ਰੱਦ ਕੀਤਾ ਗਿਆ ਆਸਟ੍ਰੇਲੀਆ ਦੀ ਸਰਕਾਰ ਦੇ ਵੱਲੋਂ। ਸਰਕਾਰ ਨੇ ਇਸ ਖਿਡਾਰੀ ਨੂੰ ਆਸਟ੍ਰੇਲੀਆ ਦੇ ਆਮ ਲੋਕਾਂ ਦੀ ਸਿਹਤ ਲਈ ਖਤਰਾ ਦੱਸਿਆ ਹੈ। ਇਸ ਕਰਕੇ ਨੋਵਾਕ ਜੋਕੋਵਿਚ ਦੀ ਆਸਟ੍ਰੇਲੀਆ ਤੋਂ ਹਵਾਲਗੀ ਦਾ ਖਤਰਾ ਮੰਡਰਾ ਰਿਹਾ ਹੈ ਤੇ ਆਸਟ੍ਰੇਲੀਅਨ ਓਪਨ ਟੈਨਿਸ ਦਾ ਜਿਹੜਾ ਮੁਕਾਬਲਾ ਹੈ ਉਹ ਖੇਡ ਸਕਣਗੇ ਜਾਂ ਨਹੀਂ, ਇਸ ਤੇ ਵੱਡੀ ਤਲਵਾਰ ਹੈ ਜਿਹੜੀ ਉਹ ਲਟਕ ਰਹੀ ਹੈ। ਅਗਲੀ ਖਬਰ ਮੌਸਮ ਦੀ ਖਰਾਬੀ ਦੇ ਨਾਲ ਜੁੜੀ ਹੋਈ ਹੈ, ਪਰ ਨਿਊਜ਼ੀਲੈਂਡ, ਫਿਜੀ ਤੇ ਟੋਂਗਾ ਸਮੇਤ ਹੋਰ ਮੁਲਕਾਂ ਤੋਂ ਆ ਰਹੀ ਹੈ। ਇਹਨਾਂ ਮੁਲਕਾਂ ਦੇ ਵਿੱਚ ਇੱਕ ਵਿਸ਼ਾਲ ਜਵਾਲਾਮੁਖੀ ਫਟਣ ਤੋਂ ਬਾਅਦ ਸੁਨਾਮੀ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ। ਜਵਾਲਾਮੁਖੀ ਪਾਣੀ ਦੇ ਹੇਠਾਂ ਫਟਿਆ ਹੈ। ਟੋਂਗਾ ਤੋਂ ਸੋਸ਼ਲ ਮੀਡੀਆ ਤੇ ਆ ਰਹੀਆਂ ਤਸਵੀਰਾਂ ਦੇ ਵਿੱਚ ਪਾਣੀ ਦੀਆਂ ਲਹਿਰਾਂ ਚਰਚ ਅਤੇ ਕਈ ਘਰਾਂ ਤੋਂ ਉੱਪਰੋਂ ਲੰਘਦੀਆਂ ਦਿਖਾਈ ਦਿੱਤੀਆਂ ਨੇ। ਪ੍ਰਤੱਖਦਰਸ਼ੀਆਂ ਦਾ ਕਹਿਣਾ ਹੈ ਕਿ ਟੋਂਗਾ ਦੀ ਰਾਜਧਾਨੀ ਨੁਕੁਆਲੋਫਾ ਤੇ ਵੀ ਜਵਾਲਾਮੁਖੀ ਦੀ ਸੁਆਹ ਹੈ ਜਿਹੜੀ ਹਰ ਪਾਸੇ ਤੋਂ ਡਿੱਗ ਰਹੀ ਹੈ। ਉੱਥੇ ਰਹਿਣ ਵਾਲੇ ਲੋਕਾਂ ਨੂੰ ਉੱਚੀਆਂ ਥਾਵਾਂ ਤੇ ਜਾਣ ਦੀ ਅਪੀਲ ਕੀਤੀ ਹੈ। ਹੁੰਗਾ ਟੋਂਗਾ ਹੁੰਗਾ ਹਾਪਾਈ ਜਵਾਲਾਮੁਖੀ ਵਿੱਚ ਹੋ ਰਹੀ ਹਲਚਲ ਤੋਂ ਬਾਅਦ ਇਹ ਸਭ ਤੋਂ ਤਾਜ਼ਾ ਵਿਸਫੋਟ ਹੈ। ਤੇ ਉਧਰ ਫਿਜੀ ਦੀ ਰਾਜਧਾਨੀ ਸੁਬਾ ਦੇ ਵਿੱਚ ਵੀ ਅਧਿਕਾਰੀਆਂ ਨੇ ਦੱਸਿਆ ਕਿ 8 ਮਿੰਟ ਤੱਕ ਹੋਏ ਜਵਾਲਾਮੁਖੀ ਦੇ ਫਟਣ ਦੀ ਆਵਾਜ਼ ਇੰਨੀ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ 500 ਮੀਲ ਤੱਕ ਦੂਰ ਫਿਜੀ ਵਿੱਚ ਵੀ ਸੁਣਾਈ ਦਿੱਤੀ। ਟੋਂਗਾ ਦੇ ਭੂ ਵਿਗਿਆਨ ਵਿਭਾਗ ਨੇ ਕਿਹਾ ਕਿ ਜਵਾਲਾਮੁਖੀ ਚੋਂ ਨਿਕਲਣ ਵਾਲੀ ਗੈਸ ਧੂਆਂ ਤੇ ਬੱਦਲ ਅਸਮਾਨ ਦੇ ਵਿੱਚ 20 ਕਿਲੋਮੀਟਰ ਦੀ ਉਚਾਈ ਤੇ ਪਹੁੰਚ ਗਏ ਸੀ। ਟੋਂਗਾ ਦੀ ਰਾਜਧਾਨੀ ਹੁੰਗਾ ਟੋਂਗਾ ਹੁੰਗਾ ਹਾਪਾਈ ਜਵਾਲਾਮੁਖੀ ਤੋਂ ਸਿਰਫ 65 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਆਸਟ੍ਰੇਲੀਆ ਦੇ ਮੌਸਮ ਵਿਭਾਗ ਦੇ ਮੁਤਾਬਿਕ ਉੱਥੇ 1.2 ਮੀਟਰ ਉੱਚੀ ਸੁਨਾਮੀ ਦਰਜ ਕੀਤੀ ਗਈ ਹੈ ਅਤੇ ਨਿਊਜ਼ੀਲੈਂਡ ਦੇ ਵਿੱਚ ਵੀ ਤੂਫਾਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਐਮਰਜੈਂਸੀ ਬੁਲੇਟਿਨ ਦੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਧੰਨਵਾਦ।